हाँ जी, तो स्टूडेंट्स की हाल चाल ने जी साਰਿਆਂ ਦੇ ਅੱਜ ਆਪਾਂ ਇੱਕ ਨਵਾਂ ਚੈਪਟਰ ਸਟਾਰਟ ਕਰਨ ਲੱਗੇ ਹਾਂ ਕਾਰਬਨ ਐਂਡ ਇਟਸ ਕੰਪਾਊਂਡਸ। ਥੋੜੀ ਹੱਸੀ ਆਉਂਦੀ ਹੈ। ਅੱਛਾ, ਅਜੀਬ ਜਿਹਾ ਲੱਗ ਰਿਹਾ ਹੈ। ਅਜੀਬ ਜਿਹਾ ਲੱਗੀ ਜਾਂਦਾ ਕੁਛ। ਚਲੋ ਕੋਈ ਨਹੀਂ, ਅਜੀਬ ਹੀ ਸਹੀ। ਫਸਟ ਡੇ ਅੱਜ ਨਾ। ਚਲੋ ਤਾਂ ਹਾਂਜੀ, ਸਾਰੇ ਬੱਚੇ ਸੁਣੋ, ਸਾਰੇ ਬੱਚੇ ਧਿਆਨ ਨਾਲ। ਅੱਜ ਆਪਾਂ ਇੱਕ ਨਵਾਂ ਚੈਪਟਰ ਸਟਾਰਟ ਕਰਨ ਲੱਗੇ ਹਾਂ ਜਿਹਦਾ ਨਾਮ ਹੈਗਾ ਕਾਰਬਨ ਐਂਡ ਇਟਸ ਕੰਪਾਊਂਡਸ। ਐਂਡ ਇਹਦੇ ਨਾਲ ਥੋੜਾ ਜਿਹਾ ਮੈਂ ਵੀ ਚੈੱਕ ਕਰ ਲਾਂ ਕਿ ਆਪਣੀ ਕਲਾਸ ਸਹੀ ਚੱਲ ਰਹੀ ਹੈ ਜੀ। ਨਾਲ ਨਾਲ ਟੈਸਟਿੰਗ ਹੁੰਦੀ ਰਹੂਗੀ। ਸਹੀ ਚੱਲ ਰਹੀ ਹੈ ਜੀ। ਨਾਲ ਨਾਲ ਟੈਸਟਿੰਗ ਹੁੰਦੀ ਰਹੂਗੀ। ਰਾਹੁਲ ਜੀ ਹੁਣ ਚੈੱਕ ਕਰ ਲਿਓ, ਫੇਰ ਨਾ ਕਹਦੇ ਚੱਲੀ ਨਹੀਂ ਕਲਾਸ ਕੋਈ। ਮੇਰੇ ਅਕੋਰਡਿੰਗ ਤਾਂ ਸਾਰੀ ਚੱਲ ਰਹੀ ਆ। ਚਲੋ ਜੀ, ਸੋ ਕਰਦੇ ਹਾਂ ਬੇਟਾ ਆਪਾਂ ਕਾਰਬਨ ਐਂਡ ਇਟਸ ਕੰਪਾਊਂਡਸ ਆਪਣਾ 4th ਚੈਪਟਰ ਕੈਮਿਸਟਰੀ ਦਾ। ਐਂਡ 4th ਦੀ ਜਗ੍ਹਾ ਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕੈਮਿਸਟਰੀ ਦਾ ਸਾਡਾ ਲਾਸਟ ਚੈਪਟਰ। ਤਾਂ ਬੇਟਾ ਇਸ ਚੈਪਟਰ ਦੇ ਵਿੱਚ ਕੀ ਹੈਗਾ ਕਿ ਅਸੀਂ ਪੜਾਂਗੇ ਕਾਰਬਨ ਐਂਡ ਕਾਰਬਨ ਦੇ ਕੰਪਾਊਂਡਸ ਬਾਰੇ। ਅਗਰ ਤੁਸੀਂ ਇੱਕ ਚੀਜ਼ ਸੁਣੀ ਹੋਵੇ ਕਿ ਆਪਣੀ ਕੈਮਿਸਟਰੀ ਦੀਆਂ ਨਾ 3 ਬ੍ਰਾਂਚੇਸ ਨੇ, ਫਿਜ਼ੀਕਲ ਕੈਮਿਸਟਰੀ, ਆਰਗੈਨਿਕ ਕੈਮਿਸਟਰੀ, ਇਨਆਰਗੈਨਿਕ ਕੈਮਿਸਟਰੀ। ਜਾਂ ਕਈ ਵਾਰ ਤੁਹਾਡਾ ਰੱਟਾ ਲੱਗਾ ਫਿਜ਼ੀਕਲ ਤੋਂ ਬਾਅਦ ਇਨਆਰਗੈਨਿਕ ਹੀ ਆਉਂਦੀ ਆ, ਤਾਂ ਫਿਜ਼ੀਕਲ ਕੈਮਿਸਟਰੀ, ਇਨਆਰਗੈਨਿਕ ਕੈਮਿਸਟਰੀ ਐਂਡ ਆਰਗੈਨਿਕ ਕੈਮਿਸਟਰੀ। ਤਾਂ ਜਿਹੜਾ ਹੁਣ ਅਸੀਂ ਅੱਜ ਚੈਪਟਰ ਸਟਾਰਟ ਕਰਨ ਲੱਗੇ ਹਾਂ ਬੇਟਾ, ਇਹ ਤਿੰਨਾਂ ਬ੍ਰਾਂਚੇਸ ਦੇ ਵਿੱਚੋਂ ਆਰਗੈਨਿਕ ਕੈਮਿਸਟਰੀ ਦਾ ਚੈਪਟਰ ਆ। ਤਾਂ ਇਹਦੇ ਵਿੱਚ ਆਪਾਂ ਜ਼ਿਆਦਾਤਰ ਅਸੀਂ ਆਰਗੈਨਿਕ ਕੰਪਾਊਂਡਸ ਬਾਰੇ ਪੜਾਂਗੇ। ਪਰ ਮੈਨੂੰ ਲੱਗਦਾ 10th ਕਲਾਸ ਦੇ ਵਿੱਚ ਬੱਚਿਆਂ ਨੂੰ ਸ਼ਾਇਦ ਇਸ ਚੀਜ਼ ਦਾ ਨਹੀਂ ਪਤਾ ਹੁੰਦਾ ਆਰਗੈਨਿਕ ਤੇ ਇਨਆਰਗੈਨਿਕ ਕੰਪਾਊਂਡ ਦੇ ਵਿੱਚ ਕੀ ਡਿਫਰੈਂਸ ਆ। ਤਾਂ ਪਹਿਲਾਂ ਆਰਗੈਨਿਕ ਤੇ ਇਨਆਰਗੈਨਿਕ ਕੰਪਾਊਂਡਸ ਦੇ ਡਿਫਰੈਂਸ ਤੇ ਆਪਾਂ ਗੱਲ ਕਰਾਂਗੇ, ਜਾਂ ਫਿਰ ਚੱਲਦੇ ਚੈਪਟਰ 'ਚ ਜਿੱਥੇ ਵੀ ਆਪਣਾ ਆਰਗੈਨਿਕ ਕੰਪਾਊਂਡ ਜਿੱਥੇ ਵਰਡ ਯੂਜ਼ ਕਰਾਂਗੇ ਉੱਥੇ ਆਪਾਂ ਗੱਲਬਾਤ ਕਰ ਲਾਂਗੇ। ਸੋ ਇਸ ਚੈਪਟਰ ਦੀ ਆਪਾਂ ਸਟਾਰਟਿੰਗ ਕਰਨ ਲੱਗੇ ਹਾਂ ਕਾਰਬਨ ਐਂਡ ਇਟਸ ਕੰਪਾਊਂਡਸ। ਤਾਂ ਅੱਜ ਅਸੀਂ ਇਸ ਚੈਪਟਰ ਦੇ ਵਿੱਚ ਕੀ ਕੁਝ ਡਿਸਕਸ ਕਰਾਂਗੇ ਬੇਟਾ। ਤਾਂ ਇਸ ਚੈਪਟਰ ਦਾ ਅੱਜ ਅਸੀਂ ਟਾਰਗੇਟ ਲੈ ਕੇ ਚੱਲੇ ਹਾਂ ਕਿ ਆਪਾਂ ਜੋ ਵੀ ਕਾਰਬਨ ਦੇ ਬਾਰੇ ਕੁਝ ਗੱਲਾਂ ਨੇ, ਫੈਕਟਸ ਅਬਾਊਟ ਦਾ ਕਾਰਬਨ, ਕਿ ਕਾਰਬਨ ਕੀ ਚੀਜ਼ ਆ, ਕਾਰਬਨ ਮੈਟਲ ਆ ਨਾਨ ਮੈਟਲ ਆ, ਕਿਸ ਸਟੇਟ ਦੇ ਵਿੱਚ ਸਾਨੂੰ ਮਿਲਦਾ ਹੈਗਾ। ਮੈਟਲ ਐਂਡ ਨਾਨ ਮੈਟਲ 'ਚ ਪੜ੍ਹ ਕੇ ਆਏ ਸੀ ਕਿ ਸਾਨੂੰ ਜਿਹੜੇ ਐਲੀਮੈਂਟਸ ਨੇ ਖਾਸ ਕਰਕੇ ਮੈਟਲਸ ਉਹ ਸਾਨੂੰ ਫ੍ਰੀ ਸਟੇਟ 'ਚ ਵੀ ਮਿਲ ਜਾਂਦੇ ਤੇ ਕੰਬਾਈਨਡ ਸਟੇਟ 'ਚ ਮਿਲਦੇ ਆ। ਤਾਂ ਕਾਰਬਨ ਸਾਨੂੰ ਕਿਵੇਂ ਮਿਲਦਾ, ਇਸ ਬਾਰੇ ਵੀ ਗੱਲ ਕਰਾਂਗੇ ਆਪਾਂ। ਦੂਸਰਾ, ਕਾਫੀ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਡਾਊਟ ਹੁੰਦਾ ਗਾ ਕਿ ਯਾਰ ਐਲੀਮੈਂਟ ਤੇ ਕੰਪਾਊਂਡ ਅੱਜ ਤੱਕ ਨਹੀਂ ਸਮਝ ਆਇਆ, ਇਹ ਐਲੀਮੈਂਟ ਤੇ ਕੰਪਾਊਂਡ ਦੇ ਵਿੱਚ ਡਿਫਰੈਂਸ ਕੀ ਆ। ਸੋ ਐਲੀਮੈਂਟ ਤੇ ਕੰਪਾਊਂਡ ਦਾ ਡਿਫਰੈਂਸ ਵੀ ਅੱਜ ਥੋੜਾ ਆਪਾਂ ਜਿਹੜਾ ਹੈਗਾ ਗਾ ਇਹਦਾ ਸ਼ੱਕ ਦੂਰ ਕਰਾਂਗੇ ਕਿ ਦੋਨਾਂ 'ਚ ਡਿਫਰੈਂਸ ਕੀ ਆ। ਫਿਰ ਕੁਝ ਇੰਪੋਰਟੈਂਟ ਚੀਜ਼, ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਇਸ ਚੈਪਟਰ ਦੀ ਹੈਗੀ ਕਿ ਕਾਰਬਨ ਦੀਆਂ ਪ੍ਰੋਪਰਟੀਜ਼ ਕੀ ਕਾਰਬਨ ਦੀਆਂ ਪ੍ਰੋਪਰਟੀਜ਼ ਨੇ ਐਂਡ ਕਿਸ ਬੇਸਿਸ ਤੇ ਕਾਰਬਨ ਨੂੰ ਇੰਨਾ ਜ਼ਿਆਦਾ ਇੰਪੋਰਟੈਂਟ ਦਿੱਤੀ ਗਈ ਹੈ ਪੂਰੇ ਪੀਰੀਓਡਿਕ ਟੇਬਲ ਦੇ ਵਿੱਚੋਂ। ਠੀਕ ਹੈ, ਇਹ ਸਾਡੇ ਅਗਰ ਆਪਾਂ ਦੇਖਿਆ ਜਾਵੇ ਯੂਨੀਵਰਸ ਦੇ ਵਿੱਚ ਜਾਂ ਫਿਰ ਸਾਡੀ ਅਰਥ ਦੀ ਕਰਸ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਬੇਟਾ ਇਹ 15ਵੇਂ ਨੰਬਰ ਤੇ ਮਿਲਦਾ ਸਾਨੂੰ ਇਹ। ਤੇ ਇਸ ਐਲੀਮੈਂਟ ਦੀ ਜਿਹੜੀ ਪੋਜੀਸ਼ਨ ਆ 15th ਪੋਜੀਸ਼ਨ ਆ, ਅਗਰ ਆਪਾਂ ਕੁਆਂਟੀਟੀ ਦੇਖੋ ਸਾਡੀ ਅਰਥ ਦੀ ਕਰਸਟ ਦੇ ਅਕੋਰਡਿੰਗ ਆਪਾਂ ਦੇਖਣੀ ਹੋਵੇ। ਐਂਡ ਅਰਥ ਦੀ ਕਰਸਟ ਦੇ ਵਿੱਚ ਇਹ ਮਿਲਦਾ ਵੀ ਬਹੁਤ ਥੋੜੀ ਅਮਾਉਂਟ ਦੇ ਵਿੱਚ ਆ, ਫਿਰ ਵੀ ਇੰਨੀ ਜ਼ਿਆਦਾ ਇੰਪੋਰਟੈਂਸ ਕਿਉਂ। ਤਾਂ ਇਸ ਚੈਪਟਰ ਦੇ ਬਾਰੇ, ਇਸ ਚੈਪਟਰ ਦੇ ਵਿੱਚ ਸਾਰਾ ਕੁਝ ਆਪਾਂ ਕਾਰਬਨ ਦੀ ਗੱਲਾਂ ਕਰਨੀਆਂ ਐਂਡ ਕਾਰਬਨ ਕੀ ਚੀਜ਼ ਆ। ਸੋ ਥੋੜਾ 4th ਚੈਪਟਰ ਕੈਮਿਸਟਰੀ ਦਾ ਲਾਸਟ ਚੈਪਟਰ ਕਹਿ ਸਕਦੇ ਹਾਂ ਆਪਾਂ 10th CBSE ਦਾ। ਸੋ ਇਸ ਚੈਪਟਰ ਨੂੰ ਆਪਾਂ ਸਟਾਰਟ ਕਰਨ ਲੱਗੇ ਹਾਂ। ਸਭ ਤੋਂ ਪਹਿਲਾ ਚੀਜ਼ ਆਊਗੀ ਕਿ ਕਾਰਬਨ ਕੀ ਚੀਜ਼ ਆ ਐਂਡ ਇਹਦੇ ਨਾਲ ਚੈਪਟਰ ਦੇ ਨਾਮ ਨਾਲ ਲਿਖਿਆ ਹੈਗਾ ਕਾਰਬਨ ਐਂਡ ਇਟਸ ਕੰਪਾਊਂਡਸ। ਚੈਪਟਰ ਦੇ ਨਾਮ ਤੋਂ ਹੀ ਚੱਲਦੇ ਆ। ਚੈਪਟਰ ਦੇ ਵਿੱਚ ਇੱਕ ਵਰਡ ਤੁਹਾਨੂੰ ਕਾਰਬਨ ਦਿਖ ਰਿਹਾ ਹੈਗਾ, ਐਂਡ ਪਾ ਕੇ ਲਿਖਿਆ ਐਂਡ ਕਾਰਬਨ ਦੇ ਹੀ ਕੀ ਕੰਪਾਊਂਡਸ। ਤਾਂ ਕਾਰਬਨ ਕੀ ਹੈ ਸਭ ਤੋਂ ਪਹਿਲਾਂ ਬੇਟਾ ਜੀ, ਇਹ ਵੀ ਇੱਕ ਪੀਰੀਓਡਿਕ ਟੇਬਲ ਦੇ ਵਿੱਚ ਮਿਲਦਾ ਸਾਨੂੰ ਐਲੀਮੈਂਟ। ਇਹ ਵੀ ਇੱਕ ਐਲੀਮੈਂਟ ਆ ਜੋ ਸਾਨੂੰ ਪੀਰੀਓਡਿਕ ਟੇਬਲ ਦੇ ਵਿੱਚ ਮਿਲਦਾ। ਐਂਡ ਇਹ ਐਲੀਮੈਂਟ ਕੀ ਹੈਗਾ, ਮੈਟਲ ਆ, ਨਾਨ ਮੈਟਲ ਆ, ਮੈਟਲੋਇਡ ਆ, ਤਾਂ ਕੀ ਆ। ਤਾਂ ਇੱਥੇ ਸਿੱਧਾ ਸਿੱਧਾ ਅਸੀਂ ਲਿਖਾਂਗੇ ਕਾਰਬਨ ਇੱਕ ਨਾਨ ਮੈਟਲ ਆ। ਕਾਰਬਨ ਕੀ ਆ, ਨਾਨ ਮੈਟਲ ਆ। ਅੱਛਾ, ਐਲੀਮੈਂਟ ਆ, ਨਾਨ ਮੈਟਲ ਆ, ਤੇ ਇਹਦਾ ਕੋਈ ਨਾ ਕੋਈ ਤਾਂ ਐਟੋਮਿਕ ਨੰਬਰ ਹੋਊਗਾ। ਇਹਦਾ ਵੀ ਕੋਈ ਤਾਂ ਕੋਈ ਐਟੋਮਿਕ ਨੰਬਰ ਹੋਊਗਾ ਨਾ। ਤੇ ਇਹਦਾ ਐਟੋਮਿਕ ਨੰਬਰ ਦੱਸ ਸਕਦਾ ਕੋਈ ਬੱਚਾ ਕਿੰਨਾ ਗਾ ਕਾਰਬਨ ਦਾ। ਐਟੋਮਿਕ ਨੰਬਰ ਕੀ ਹੁੰਦਾ, ਐਟੋਮਿਕ ਨੰਬਰ ਕੀ ਹੁੰਦਾ, ਵੈਰੀ ਗੁੱਡ, ਕੀ ਹੁੰਦਾ ਹੈਗਾ 6 ਹੁੰਦਾ। ਐਟੋਮਿਕ ਨੰਬਰ ਕੀ ਹੈ ਜਿਹਦਾ 6। ਮਤਲਬ ਕਿ ਅਸੀਂ ਪੀਰੀਓਡਿਕ ਟੇਬਲ ਦੇ ਵਿੱਚ ਜਿਵੇਂ ਹੀ ਹਾਈਡਰੋਜਨ, ਹੀਲੀਅਮ, ਲਿਥੀਅਮ, ਬੈਰੀਲੀਅਮ, ਬੋਰੋਨ ਐਂਡ 6 ਨੰਬਰ ਤੇ ਕੀ ਆ ਗਿਆ ਕਾਰਬਨ। ਤਾਂ ਹਮੇਸ਼ਾ ਜਿੱਥੇ ਵੀ ਦੁਨੀਆ ਦੇ ਕੋਨੇ ਦੇ ਵਿੱਚ ਜਾ ਕੇ ਪੀਰੀਓਡਿਕ ਟੇਬਲ ਨੂੰ ਪੜ੍ਹ ਲਓ 6th ਨੰਬਰ ਤੇ ਤੁਹਾਨੂੰ ਹਮੇਸ਼ਾ ਕੀ ਮਿਲੂਗਾ, ਕਾਰਬਨ ਹੀ ਮਿਲੂਗਾ। ਸੋ ਕਾਰਬਨ ਦਾ ਐਟੋਮਿਕ ਨੰਬਰ ਕੀ ਆ ਗਿਆ 6 ਆ ਗਿਆ।
ਹੁਣ ਕਾਰਬਨ ਦਾ ਐਟੋਮਿਕ ਨੰਬਰ 6 ਹੈਗਾ, ਠੀਕ ਹੈ ਜੀ। ਅੱਗੇ ਜੇ ਅਸੀਂ ਮੈਟਲ ਐਂਡ ਨॉन ਮੈਟਲ ਥੋੜਾ ਜਿਹਾ ਚੈਪਟਰ ਦੇ ਵਿੱਚ ਜਾਈਏ ਤਾਂ ਅਸੀਂ ਕੁਝ ਵੈਲੈਂਸੀਜ਼ ਪੜ੍ਹੀਆਂ ਸੀਗੀਆਂ। ਆਪਾਂ ਕੁਝ ਉਹ ਪੜਿਆ ਸੀਗਾ ਕਿ ਵਿਚਾਲੇ ਹੁੰਦਾ ਜੀ ਨਿਊਕਲੀਅਸ, ਨਿਊਕਲੀਅਸ ਦੇ ਵਿੱਚ ਹੁੰਦੇ ਆ ਪ੍ਰੋਟੋਨ ਤੇ ਨਿਊਟਰਨ, ਉਹਦੇ ਆਸੇ-ਪਾਸੇ ਘੁੰਮਦੇ ਹੁੰਦੇ ਆ ਇਲੈਕਟ੍ਰੋਨਸ, ਇਹੀ ਦੇਖਿਆ ਸੀ ਆਪਾਂ। ਫਿਰ ਅਸੀਂ ਇਹ ਵੀ ਦੇਖਿਆ ਸੀ ਕਿ ਕੁਝ ਐਲੀਮੈਂਟਸ ਆਪਦੇ ਆਪ ਨੂੰ ਸਟੇਬਲ ਕਰਨ ਦੇ ਲਈ ਕੀ ਕਰਦੇ ਆ, ਇਲੈਕਟ੍ਰੋਨ ਜਾਂ ਤਾਂ ਲੂਜ਼ ਕਰਦੇ ਆ ਜਾਂ ਇਲੈਕਟ੍ਰੋਨ ਕੀ ਕਰਦੇ ਆ, ਗੇਨ ਕਰਦੇ ਆ। ਪੜ੍ਹੀ ਸੀ ਇਹ ਚੀਜ਼ ਆਪਾਂ। ਹੁਣ ਕੀ ਕਾਰਬਨ ਆਪਦੇ ਆਪ ਚ ਸਟੇਬਲ ਹੈਗਾ? ਕਾਰਬਨ ਆਪਦੇ ਆਪ ਚ ਸਟੇਬਲ ਹੈ ਤਾਂ ਸਭ ਤੋਂ ਪਹਿਲਾਂ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇਖਦੇ ਹਾਂ ਆਪਾਂ। ਇਲੈਕਟ੍ਰੋਨਿਕ ਕਨਫੀਗਰੇਸ਼ਨ, ਇਲੈਕਟ੍ਰੋਨਿਕ ਕਨਫੀਗਰੇਸ਼ਨ ਏਡੀ ਕਿ ਜ਼ਬਰਦਸਤ ਆ ਜਿਹਦੇ ਕਰਕੇ ਕੀ ਬਣ ਗਿਆ ਬੇਟਾ, ਆਪਦੇ ਆਪ ਚ ਬਹੁਤ ਖਾਸ ਬਣ ਗਿਆ। ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ ਇਹਦੀ 2 ਤੇ 4। ਹੁਣ ਸਟੇਬਲ ਹੋਣ ਦੇ ਲਈ ਲਾਸਟ ਸਬਸੈਲ ਕੀ ਹੋਣਾ ਚਾਹੀਦਾ ਬੇਟਾ ਜੀ, ਪੂਰਾ ਹੋਣਾ ਚਾਹੀਦਾਗਾ। ਲਾਸਟ ਜਿਹੜਾ ਆਪਾਂ ਕਹਿ ਸਕਦੇ ਹਾਂ ਜੀ ਆਰਬਿਟ ਕੀ ਹੋਣਾ ਚਾਹੀਦਾਗਾ, ਉਹਦਾ ਫੁਲੀ ਫਿਲਡ ਹੋਣਾ ਚਾਹੀਦਾਗਾ। ਬਟ ਆਹ ਵਾਲਾ ਤਾਂ ਇੱਥੇ ਫੁਲੀ ਫਿਲਡ ਹੈ ਨਹੀਂਗਾ। ਇਟ ਮੀਨਸ ਆਪਾਂ ਕੀ ਕਹਿ ਸਕਦੇ ਹਾਂ, ਸਟੇਬਲ ਹੈ ਜਾਂ ਨਹੀਂ ਹੈ। ਤਾਂ ਫਿਰ ਇਹ ਆਪਦੀ ਸਟੇਬਿਲਿਟੀ ਨੂੰ ਮੇਨਟੇਨ ਕਰੂਗਾ ਜਾਂ ਨਹੀਂ ਕਰੂਗਾ। ਸਟੇਬਿਲਿਟੀ ਨੂੰ ਮੇਨਟੇਨ ਕਰਨ ਲਈ ਬੰਦਾ ਕੀ ਕਰਦਾ ਹੁੰਦਾਗਾ, ਬੌਂਡਸ ਬਣਾਉਂਦਾਗਾ, ਇਲੈਕਟ੍ਰੋਨ ਸ਼ੇਅਰ ਕਰਦਾ ਹੁੰਦਾਗਾ, ਜਾਂ ਇਲੈਕਟ੍ਰੋਨ ਡੋਨੇਟ ਕਰਦਾ, ਜਾਂ ਇਲੈਕਟ੍ਰੋਨ ਕੀ ਕਰਦਾਗਾ, ਹਮੇਸ਼ਾ ਗੇਨ ਕਰਦਾ। ਇਹ ਚੀਜ਼ ਹੁੰਦੀ ਆ। ਦੇਖੋ ਕਿਸੇ ਨਾ ਕਿਸੇ ਐਲੀਮੈਂਟ ਦੀ ਅਗਰ ਗੱਲ ਕਰੀਏ, ਅਗਰ ਉਹ ਆਪਦੇ ਆਪ ਨੂੰ ਸਟੇਬਲ ਕਰਨਾ ਚਾਹੁੰਦਾ, ਸਟੇਬਲ ਕਰਨ ਦੇ ਲਈ ਜਾਂ ਤਾਂ ਕੀ ਕਰੂਗਾ, ਇਲੈਕਟ੍ਰੋਨ ਡੋਨੇਟ ਕਰੂਗਾ, ਜਾਂ ਉਹ ਇਲੈਕਟ੍ਰੋਨ ਗੇਨ ਕਰੂਗਾ, ਜਾਂ ਇਲੈਕਟ੍ਰੋਨ ਕੀ ਕਰੂਗਾ, ਉਹ ਸ਼ੇਅਰ ਕਰੂਗਾ ਜਾਂ ਸ਼ੇਅਰ ਕਰੂਗਾ। ਇਹੀ ਚੀਜ਼ ਨਾ ਤੁਹਾਨੂੰ ਕਾਰਬਨ ਕੀ ਕਰਦਾਗਾ, ਕਾਰਬਨ ਕੀ ਕਰਦਾਗਾ, ਕਾਰਬਨ ਜੋ ਵੀ ਕਰੂਗਾ ਉਸ ਬੇਸਿਸ ਤੇ ਦੇਖਾਂ ਕਾਰਬਨ ਕਿਸ ਤਰ੍ਹਾਂ ਦੇ ਕੰਪਾਊਂਡ ਬਣਾਊਗਾ। ਤਾਂ ਮੈਂ ਤੁਹਾਨੂੰ ਸਾਰੀ ਸਮਰੀ ਦੱਸ ਦਿੰਦਾ ਇੱਥੇ। ਮੈਂ ਤਾਂ ਅਗਰ ਕਾਰਬਨ ਦਾ ਇੱਥੇ ਆਪਣੇ ਕੋਲੇ ਲਾਸਟ ਜਿਹੜੀ ਵੈਲੈਂਸੀ ਜਿਹੜੀ ਹੈਗੀ ਮੇਰੇ ਕੋਲ 4 ਆ, ਇਹਦੀ ਅਗਰ ਮੈਂ ਵੈਲੈਂਸੀ ਕਹਦਾ ਵੈਲੈਂਸੀ 4 ਆ, ਤਾਂ ਕਾਰਬਨ ਨੂੰ ਆਪਾਂ ਟੈਟਰਾਵੈਲੈਂਟ ਕਹਿ ਸਕਦੇ ਹਾਂ। ਕਹਿ ਸਕਦੇ ਹਾਂ ਕਾਰਬਨ ਨੂੰ ਟੈਟਰਾਵੈਲੈਂਟ, ਕਿਉਂਕਿ ਇਹਦੀ ਵੈਲੈਂਸੀ ਕਿੰਨੀ ਹੁੰਦੀ ਹੈ, 4 ਹੁੰਦੀ ਆ। ਅਗਰ ਇਹਦੀ ਵੈਲੈਂਸੀ 4 ਹੈਗੀ ਆ ਤਾਂ ਇਹ ਕਿਸੇ 4 ਆਪਾਂ ਇਲੈਕਟ੍ਰੋਨਸ ਨਾਲ ਸ਼ੇਅਰ ਕਰਕੇ ਬੌਂਡ ਬਣਾ ਸਕਦਾਗਾ, ਕਾਰਬਨ ਦੀ ਗੱਲ ਕਰੀਏ। ਅੱਛਾ, ਇਸੇ ਵੈਲੈਂਸੀ ਕਰਕੇ ਕਾਰਬਨ ਕੀ ਬਣਾਉਂਦਾ, ਆਪਦੇ ਕੰਪਾਊਂਡਸ ਬਣਾ ਸਕਦਾਗਾ। ਤੁਸੀਂ ਬਹੁਤ ਸਾਰੇ ਸੁਣੇ ਹੋਣਗੇ, ਮੈਂ ਫਸਟ ਚੈਪਟਰ ਤੋਂ ਪੜਾਉਂਦਾ ਆ ਰਿਹਾ ਤੁਹਾਨੂੰ। ਸਭ ਤੋਂ ਪਹਿਲਾਂ ਆ ਗਿਆ ਕਾਰਬਨ ਡਾਈਆਕਸਾਈਡ, ਕਾਰਬਨ ਡਾਈਆਕਸਾਈਡ, ਕੈਲਸ਼ੀਅਮ ਕਾਰਬੋਨੇਟ, ਇੱਥੇ ਫੇਰ ਵਰਡ ਆ ਗਿਆ ਕਾਰਬੋ, ਕਾਰਬਨ ਆ ਪਿਆ ਕਾਰਬਨ। ਹੋਰ ਕਾਰਬਨ ਵਾਲੇ ਵਰਡ ਬੋਲਿਓ, ਬੋਲੋ ਬੋਲੋ, ਥੋੜੇ ਬਹੁਤ ਧਿਆਨ ਚ ਹੋਣਗੇ। ਕਾਰਬਨ ਦਾ 1 ਲਿਖਤਾ, 2 ਲਿਖਤਾ, ਤੀਸਰਾ ਕੀ ਹੋ ਸਕਦਾਗਾ, ਦੱਸਾਂ ਦੱਸਾਂ, ਮਿਥੇਨ। ਹੋਰ ਸੋਡੀਅਮ ਕਾਰਬੋਨੇਟ, Na2CO3। ਵੈਸੇ ਕਾਰਬੋਨੇਟ ਦੀ ਫਾਰਮ ਦੇ ਵਿੱਚ ਆ ਗਿਆ, ਇਸ ਕਰਕੇ ਕਾਰਬੋਨੇਟ ਆਪਾਂ ਦੁਬਾਰਾ ਨਹੀਂ ਲਿਖਾਂਗੇ ਕਿਉਂਕਿ ਆ CO3 ਦੀ ਫਾਰਮ ਦੇ ਵਿੱਚ ਆ ਰਿਹਾਗਾ। ਹੋਰ ਕੁਛ, ਹੋਰ ਕੁਛ, ਹੋਰ ਕਿਸ ਕੀ ਲਿਖ ਸਕਦੇ ਹਾਂ, ਦੱਸ ਸਕਦਾ ਕੋਈ ਬੱਚਾ, ਬੋਲੀਏ, ਕੁछ भी बोल दो। कार्बन दे यार कंपाउंड्स, कार्बन मोनोऑक्साइड, वेरी गुड। अगर डाइऑक्साइड है तो कार्बन मोनोऑक्साइड भी हो सकता है, ठीक है जी। और कोई सोचो, कार्बन टेट्राक्लोराइड, सोडियम बाइकार्बोनेट, वेरी गुड। NaHCO3, वैसे भी कार्बोनेट ही आ गया। कार्बोनेट तो हट के दसो कुछ, कार्बोनेट तो हट के दसो, चलो बोलिया सी। अच्छा, घरे जाके तुसीं देखो, इत्थे मैं लिख देना एटसेट्रा। एटसेट्रा मतलब कि एटसेट्रा थोड़े मोटे नहीं बेटा, जिमें जिमें तुसीं चैप्टर पढ़ोगे ना, तुसीं देखोगे पता नहीं कार्बन ਦੀਆਂ ਕਿੰਨੀਆਂ ਚੀਜ਼ਾਂ, ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਫੋਟੋਸਿੰਥੇਸਿਸ ਚ ਬਣਦੀ ਹੁੰਦੀ ਆ, ਕੀ ਚੀਜ਼ ਆ, ਵੈਰੀ ਗੁੱਡ। ਗਲੂਕੋਜ਼ ਚ ਕੀ ਆ ਹੁਣ, ਕਾਰਬਨ। ਤਾਂ ਇੱਥੇ ਵੀ ਕੀ ਲਿਖ ਦਿੰਦੇ ਆਪਾਂ, ਚਲੋ 7th ਨੰਬਰ ਤੇ ਇੱਥੇ ਲਿਖ ਦਿੰਦੇ ਆ C6H12O6। ਇਹ ਚ ਵੀ ਕੀ ਮਿਲ ਰਿਹਾ ਤੁਹਾਨੂੰ, ਕਾਰਬਨ ਮਿਲ ਰਿਹਾ ਕਿ ਨਹੀਂ ਮਿਲ ਰਿਹਾ। ਹੁਣ ਬੇਟਾ ਜਦੋਂ ਕਾਰਬਨ ਅਦਰ ਐਲੀਮੈਂਟਸ ਦੇ ਨਾਲ ਆ ਕੇ ਕੋਈ ਇੱਕ ਕੰਪਾਊਂਡ ਬਣਾਊਗਾ ਤਾਂ ਉਹ ਸਾਰੇ ਕੰਪਾਊਂਡਸ ਨੂੰ ਕੀ ਕਹਿ ਸਕਦੇ ਆਪਾਂ, ਕਾਰਬਨ ਦੇ ਕੰਪਾਊਂਡਸ ਕਹਿ ਸਕਦੇ ਹਾਂ। ਤਾਂ ਇਸ ਚੈਪਟਰ 'ਚ ਅਸੀਂ ਕੀ ਪੜ੍ਹਨਾਗਾ, ਕਾਰਬਨ ਨੂੰ ਪੜ੍ਹਨਾ ਐਂਡ ਕਾਰਬਨ ਦੇ ਕੰਪਾਊਂਡਸ ਨੂੰ ਪੜ੍ਹਨਾ, ਕਾਰਬਨ ਨੂੰ ਪੜ੍ਹਨਾ, ਕਾਰਬਨ ਦੇ ਕੰਪਾਊਂਡਸ ਨੂੰ ਪੜ੍ਹਨਾ, ਕਾਰਬਨ ਨੂੰ ਪੜ੍ਹਨਾ ਤੇ ਕਾਰਬਨ ਦੇ ਕੰਪਾਊਂਡਸ ਨੂੰ ਪੜ੍ਹਨਾ। ਸੋ ਇਸ ਚੈਪਟਰ ਦੇ ਵਿੱਚ ਜੋ ਵੀ ਹੋਊਗਾ ਬੇਟਾ ਇਹਦੇ ਜ਼ਿਆਦਾਤਰ ਕੰਪਾਊਂਡਸ ਬਾਰੇ ਹੋਊਗਾ। ਕਾਰਬਨ ਦੀ ਗੱਲ ਹਜੇ ਆਪਾਂ ਅੱਗੇ ਜਾ ਕੇ ਕਰਦੇ ਹਾਂ। ਓਕੇ, ਸੋ ਕਾਰਬਨ ਬਾਰੇ ਮੈਨੂੰ ਲੱਗਦਾ ਕੋਈ ਜ਼ਿਆਦਾ ਹੋਰ ਦੱਸਣ ਦੀ ਲੋੜ ਨਹੀਂ ਹੈਗੀ। ਨॉन ਮੈਟਲ ਹੈਗਾਗਾ, ਐਟੋਮਿਕ ਨੰਬਰ 6 ਆ, ਵੈਲੈਂਸੀ 4 ਆ, ਠੀਕ ਹੈ। ਹੋਰ ਕੀ ਕਹਿ ਸਕਦੇ ਹਾਂ ਆਪਾਂ, ਕਾਰਬਨ ਜਿਹੜਾ ਹੈਗਾ ਮੈਂ ਇੱਥੇ ਇਹ ਵੀ ਕਹਿ ਸਕਦਾਗਾ, ਫ੍ਰੀ ਸਟੇਟ ਦੇ ਵਿੱਚ ਵੀ ਸਾਨੂੰ ਮਿਲ ਜਾਂਦਾ ਕਾਰਬਨ,
फ्री स्टेट मतलब कि एलीमेंट फॉर्म ਦੇ ਵਿੱਚ ਵੀ ਮਿਲ ਜਾਂਦਾ ਸਾਨੂੰ, ਠੀਕ ਹੈ। ਅਗਰ ਮੈਂ ਗੱਲ ਕਰਾਂ ਤਾਂ ਇਹ ਸਾਨੂੰ ਕਿਸ ਸਟੇਟ ਦੇ ਵਿੱਚ ਮਿਲ ਜਾਂਦਾ ਗਾ, ਕੰਬਾਈਨਡ ਫਾਰਮ ਦੇ ਵਿੱਚ ਮਿਲ ਜਾਂਦਾ ਗਾ, ਸਾਨੂੰ ਕੰਬਾਈਨਡ ਫਾਰਮ ਦੇ ਵਿੱਚ ਵੀ ਮਿਲ ਜੂਗਾ। ਡਿਪੈਂਡ ਕਰਦਾ ਹੁਣ ਕਿ ਤੁਸੀਂ ਕਿਸ ਚੀਜ਼ ਦੀ ਗੱਲ ਕਰ ਰਹੇ ਹੋ। ਅਗਰ ਮੈਂ ਡਾਇਮੰਡ ਦੀ ਗੱਲ ਕਰਾਂ ਤਾਂ ਕੀ ਹੋਊਗਾ, ਅਗਰ ਗ੍ਰੇਫਾਈਟ ਦੀ ਗੱਲ ਕਰਾਂ ਤਾਂ ਕੀ ਹੋਊਗਾ, ਇਹ ਚੱਲਦੇ ਅਗਲੇ ਮਤਲਬ ਕਿ ਟੌਪਿਕਸ ਦੇ ਵਿੱਚ ਆਪਾਂ ਇਹਨੂੰ ਡਿਸਕਸ ਕਰਦੇ ਹਾਂ, ਠੀਕ ਹੈ। ਸਰ ਇਹ ਸੀਗਾ ਕੁਝ ਕਾਰਬਨ ਦੀ ਗੱਲ। ਅੱਗੇ ਚੱਲਦੇ ਹਾਂ, ਕਹਿੰਦੇ ਵਟ ਇਜ਼ ਕਾਰਬਨ, ਉਹੀ ਸੇਮ ਗੱਲਬਾਤ, ਕਹਿੰਦੇ ਵਟ ਇਜ਼ ਕਾਰਬਨ, ਤੇ ਕਾਰਬਨ ਕੀ ਹੈ ਦੱਸੂਗਾ ਕੋਈ ਬੱਚਾ? ਨਾ ਲਓ ਯਾਰ ਪੰਗੇ, ਕਿਉਂ ਲਾਈਵ ਚੱਲੀ ਜਾਂਦਾ, ਉਹ ਮੇਰੇ ਇੱਧਰ ਆ ਜਾਂਦੀ ਆਵਾਜ਼ ਮੇਰੇ ਕੋਲ, ਠੀਕ ਹੈ ਜੀ। ਸੋ ਬੇਟਾ ਕਾਰਬਨ ਕੀ ਆ? ਕਾਰਬਨ ਕੀ ਹੈ? ਇੱਕ ਐਲੀਮੈਂਟ ਆ, ਠੀਕ ਹੈ। ਕਾਰਬਨ ਕੀ ਆਪਣੇ ਕੋਲ? ਇੱਕ ਐਲੀਮੈਂਟ ਆ, ਉਹੀ ਸਾਰੀ ਗੱਲ ਰਿਪੀਟ ਕਰਨੀ ਹੈ ਇੱਥੇ। ਕਾਰਬਨ ਕੀ ਹੈ? ਇੱਕ ਐਲੀਮੈਂਟ ਆ, ਐਲੀਮੈਂਟ ਆ, ਦੈਨ ਬੇਟਾ ਕਾਰਬਨ ਕੀ ਇੱਕ ਐਲੀਮੈਂਟ ਤਾਂ ਹੈਗਾ, ਬਟ ਇੱਕ ਐਲੀਮੈਂਟ ਦੇ ਵਿੱਚ ਵੀ ਕੀ ਇਹ ਨਾਨ ਮੈਟਲ ਹੈਗਾ। ਨਾਨ ਮੈਟਲ ਦੇ ਨਾਲ ਨਾਲ ਅਗਰ ਇਹਨਾਂ ਨੇ ਪੁੱਛਿਆ ਵਟ ਇਜ਼ ਕਾਰਬਨ, ਇਹ ਵੀ ਦੱਸ ਸਕਦੇ ਹੋ ਕਿ ਬੇਟਾ ਇਹਦਾ ਜਿਹੜਾ ਅਟੋਮਿਕ ਨੰਬਰ ਆ ਉਹ ਕਿੰਨਾ ਗਾ। ਦੁਬਾਰਾ ਫਿਰ ਤੋਂ ਰਿਪੀਟ ਕਰ ਰਹੇ ਹਾਂ ਸਾਰਾ, ਅਟੋਮਿਕ ਨੰਬਰ ਕਿੰਨਾ ਦਾ? 6। ਅਟੋਮਿਕ ਨੰਬਰ 6 ਆ। ਅਟੋਮਿਕ ਨੰਬਰ 6 ਦਾ ਮਤਲਬ ਕਿ ਇੱਕ ਕਾਰਬਨ ਦੇ ਐਟਮ ਕੋਲੇ 6 ਇਲੈਕਟ੍ਰੋਨਸ ਹੋਣਗੇ, 6 ਪ੍ਰੋਟੋਨਸ ਹੋਣਗੇ, 6 ਇਲੈਕਟ੍ਰੋਨਸ ਹੋਣਗੇ, 6 ਪ੍ਰੋਟੋਨਸ ਹੋਣਗੇ। ਇਹ ਚੀਜ਼ ਸਾਰੇ ਬੱਚਿਆਂ ਨੇ ਯਾਦ ਰੱਖਣੀ ਆ, ਓਕੇ। ਉਸ ਤੋਂ ਬਾਅਦ ਇੱਥੇ ਤੱਕ ਪਹੁੰਚੇ, ਕਾਰਬਨ ਬਾਰੇ ਹੋਰ ਕੀ ਦੱਸ ਸਕਦੇ ਹੋ ਤੁਸੀਂ? ਕਾਰਬਨ ਬਾਰੇ ਹੋਰ ਕੀ ਦੱਸ ਸਕਦੇ ਹੋ? ਬੋਲੀਏ, ਤੁਸੀਂ ਦੱਸੋ ਨਾ। ਉਹ ਤਾਂ ਚਲੋ ਮਿਲਦਾ ਫ੍ਰੀ ਸਟੇਟ ਦੇ ਵਿੱਚ, ਹੋਰ ਕੁਝ ਦੱਸੋ, ਕੋਈ ਨਵੀਂ ਚੀਜ਼ ਦੱਸੋ ਨਾ ਕਾਰਬਨ ਬਾਰੇ। ਤੁਸੀਂ ਕੀ ਚੀਜ਼ ਦੱਸ ਸਕਦੇ ਹੋ ਦੱਸੋ, ਕਾਰਬਨ ਬਾਰੇ ਕੋਈ ਨਵੀਂ ਚੀਜ਼ ਦੱਸੋ ਨਾ ਮੈਨੂੰ। ਕਾਰਬਨ ਠੀਕ ਹੈ ਜੀ, ਨਾਨ ਮੈਟਲ ਹੈਗਾ ਗਾ, ਕਾਰਬਨ ਐਲੀਮੈਂਟ ਹੈਗਾ ਗਾ, ਹੋਰ ਕੀ ਦੱਸ ਸਕਦੇ ਹੋ? ਬਣ ਜਾਣਗੇ। ਅੱਛਾ, ਇੰਟਰਸਟਿੰਗ ਚੀਜ਼ ਸੁਣੋ ਸਭ ਤੋਂ ਪਹਿਲਾਂ ਜੀ, ਨਾਮ ਕਿਵੇਂ ਪਿਆ ਕਾਰਬਨ? ਨਾਮ ਕਾਰਬਨ ਕਿਵੇਂ ਪਿਆ? ਆਪਾਂ ਇਹ ਕਹਿ ਸਕਦੇ ਜਿਹੜਾ ਕਾਰਬਨ ਨੇਮ ਆ, ਇਹ ਨੇਮ ਡਿਰਾਈਵ ਕੀਤਾ ਗਿਆ ਫਰੋਮ ਲੈਟਿਨ ਵਰਡ, ਲੈਟਿਨ ਦਾ ਇੱਕ ਵਰਡ ਆ ਕਾਰਬੋ, ਠੀਕ ਹੈ ਜੀ। ਕਾਰਬੋ ਇੱਕ ਵਰਡ ਹੁੰਦਾ ਗਾ, ਕਾਰਬੋ ਵਰਡ ਤੋਂ ਜਿਹੜਾ ਹੈਗਾ ਇਹਦਾ ਨੇਮ ਚੱਕਿਆ, ਐਂਡ ਕਾਰਬੋ ਦਾ ਮਤਲਬ ਕੀ ਹੁੰਦਾ ਗਾ? ਕੋਲ, ਕੋਲ ਤਾਂ ਸੁਣਿਆ ਹੋਊਗਾ, ਕੋਲਾ, ਕੋਲਾ ਸੁਣਿਆ ਸਭ ਨੇ। ਜਿਹੜਾ ਇਹ ਕਾਰਬ ਜਿਹੜਾ ਹੈਗਾ ਵਰਡ, ਇਹ ਕਾਰਬੋ ਜਿਹੜਾ ਵਰਡ ਹੈਗਾ ਕਿੱਥੋਂ ਲਿਆ? ਕੋਲੇ ਤੋਂ। ਇਹ ਕੋਲੇ ਤੋਂ ਕਿਉਂ ਲਿਆ ਗਿਆ? ਕਿਉਂਕਿ ਕੋਲੇ ਦੇ ਵਿੱਚ ਜ਼ਿਆਦਾਤਰ ਅਮਾਊਂਟ ਦੇ ਵਿੱਚ ਸਾਨੂੰ ਕੀ ਮਿਲਦਾ ਗਾ? ਕਾਰਬਨ ਹੀ ਮਿਲਦਾ, ਇਸੇ ਕਰਕੇ ਉਹਦੇ ਵਿੱਚ ਕਾਰਬਨ ਮਿਲਦਾ ਸੀਗਾ। ਸਾਨੂੰ ਕੋਲਾ ਪਤਾ ਸੀਗਾ, ਕੋਲੇ ਤੋਂ ਵਰਡ ਆਇਆ ਕਾਰਬੋ, ਐਂਡ ਉਹਦਾ ਨਾਮ ਰੱਖਤਾ ਕਾਰਬਨ, ਬਸ, ਠੀਕ ਹੈ ਜੀ। ਹੁਣ ਅਗਰ ਇਹਦੀ ਗੱਲ ਕਰੀਏ ਬੇਟਾ, ਇਹ ਕਿੱਥੇ ਕਿੱਥੇ ਮਿਲ ਜਾਂਦਾ ਸਾਨੂੰ? ਪਾਣੀ 'ਚ ਵੀ ਮਿਲ ਜਾਂਦਾ, ਸਾਨੂੰ ਸਾਡੀ ਲੈਂਡ ਤੇ ਵੀ ਮਿਲ ਜਾਂਦਾ, ਮਤਲਬ ਕਿ ਸਾਡੀ ਅਰਥ ਦੀ ਕਰਸਟ 'ਚ ਵੀ ਮਿਲ ਜਾਂਦਾ, ਹਵਾ ਦੇ ਵਿੱਚ ਵੀ ਮਿਲ ਜਾਂਦਾ। ਹਵਾ ਦੇ ਵਿੱਚ ਪਤਾ ਕਿਵੇਂ ਮਿਲਦਾ ਇਹ? ਵੈਰੀ ਗੁੱਡ, ਕਾਰਬਨ ਡਾਈਆਕਸਾਈਡ ਦੀ ਫਾਰਮ ਦੇ ਵਿੱਚ ਮਿਲਦਾ ਹੈਗਾ, ਠੀਕ ਹੈ। ਹਵਾ 'ਚ ਕਾਰਬਨ ਡਾਈਆਕਸਾਈਡ ਹੈ, ਇਹਦਾ ਮਤਲਬ ਕਾਰਬਨ ਹਵਾ ਦੇ ਵਿੱਚ ਹੀ ਮਿਲ ਰਹੀ ਹੈ ਸਾਨੂੰ। ਕਾਰਬਨ ਸਾਨੂੰ ਅਰਥ ਦੇ ਕਰਸਟ ਦੇ ਵਿੱਚ ਵੀ ਮਿਲ ਰਹੀ ਆ, ਮੀਨ ਟੂ ਸੇ ਅਗਰ ਲਿਥੋਸਫੀਅਰ ਦੀ ਗੱਲ ਕਰੀਏ, ਐਂਡ ਕਾਰਬਨ ਸਾਨੂੰ ਪਾਣੀ 'ਚ ਵੀ ਮਿਲਦਾ। ਪਤਾ ਕਿਵੇਂ ਮਿਲਦਾ ਪਾਣੀ 'ਚ? ਨਹੀਂ ਪਤਾ? ਨਹੀਂ ਪਤਾ? ਇੱਕ ਤੁਸੀਂ ਆਹ ਵਰਡ ਸੁਣਿਆ ਹੋਊਗਾ ਐਕੁਆਟਿਕ ਐਨੀਮਲਸ, ਵਰਡ ਸੁਣਿਆ? ਐਕੁਆਟਿਕ ਐਨੀਮਲਸ ਵਰਡ ਸੁਣਿਆ? ਕਹਿੰਦੇ ਜਿਹੜੇ ਐਕੁਆਟਿਕ ਐਨੀਮਲਸ ਹੁੰਦੇ ਆ ਨਾ, ਇਹਨਾਂ ਦੇ ਬਾਹਰ ਇੱਕ ਹਾਰਡ ਸ਼ੈਲ ਹੁੰਦਾ ਗਾ। ਇਹਨਾਂ ਦੇ ਬਾਹਰ ਕੀ ਹੁੰਦਾ ਬੇਟਾ ਜੀ? ਇੱਕ ਹਾਰਡ ਸ਼ੈਲ ਹੁੰਦਾ ਗਾ। ਉਹ ਹਾਰਡ ਸ਼ੈਲ ਕਾਹਦਾ ਬਣਿਆ ਹੁੰਦਾ ਬੇਟਾ? ਕਹਿੰਦੇ ਕਾਰਬੋਨੇਟ ਫਾਰਮ ਦੇ ਵਿੱਚ ਕੈਲਸ਼ੀਅਮ ਕਾਰਬੋਨੇਟ ਦਾ ਬਣਿਆ ਹੁੰਦਾ। ਕਿਹਦਾ ਬਣਿਆ ਹੁੰਦਾ ਉਹ? ਕੈਲਸ਼ੀਅਮ ਕਾਰਬੋਨੇਟ ਦਾ ਬਣਿਆ ਹੁੰਦਾ ਗਾ। ਐਂਡ ਕੈਲਸ਼ੀਅਮ ਕਾਰਬੋਨੇਟ ਦਾ ਬਣਿਆ, ਇਟ ਮੀਨਸ ਆ ਕਾਰਬਨ ਕਿੱਥੇ ਮਿਲ ਰਹੀ ਹੈ? ਪਾਣੀ 'ਚ ਮਿਲ ਰਹੀ ਹੈ ਸਾਨੂੰ। ਇਹਦਾ ਮਤਲਬ ਕਾਰਬਨ ਵਾਟਰ ਦੇ ਵਿੱਚ ਵੀ ਮਿਲਦਾ ਗਾ, ਠੀਕ ਹੈ। ਲਿਥੋਸਫੀਅਰ 'ਚ ਵੀ ਮਿਲਦਾ, ਹਾਈਡਰੋਸਫੀਅਰ 'ਚ ਵੀ ਮਿਲਦਾ, ਐਂਡ ਸਾਨੂੰ ਐਟਮੋਸਫੀਅਰ 'ਚ ਵੀ ਮਿਲਦਾ। ਤਾਂ ਮੈਂ ਸਿੱਧਾ ਕਹਿ ਸਕਦਾ ਬਾਇਓਸਫੀਅਰ ਦੇ ਵਿੱਚ ਹਰ ਥਾਂ ਤੇ ਕਾਰਬਨ ਮਿਲੂਗਾ, ਬਾਇਓਸਫੀਅਰ ਦੇ ਵਿੱਚ ਹਰ ਜਗ੍ਹਾ ਤੇ ਕਾਰਬਨ ਮਿਲੂਗਾ। ਹੁਣ ਕੁਐਸਚਨ ਪੁੱਛਿਆ ਇਹਨਾਂ ਨੇ ਜੀ, ਸਾਨੂੰ ਕੁਐਸਚਨ ਕੀ ਪੁੱਛ ਲਿਆ ਇਹਨਾਂ ਨੇ? ਕਹਿੰਦੇ ਹਾਊ ਕਾਰਬਨ ਇਜ਼ ਇੰਪੋਰਟੈਂਟ, ਹਾਊ ਕਾਰਬਨ ਇਜ਼ ਇੰਪੋਰਟੈਂਟ। ਬੇਟਾ ਇਸ ਤਰ੍ਹਾਂ ਦਾ ਕੁਐਸਚਨ ਤਾਂ ਮੈਨੂੰ ਲੱਗਦਾ ਹਰ ਇੱਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਕਿ ਕਾਰਬਨ ਸਾਡੇ ਲਈ ਇੰਪੋਰਟੈਂਟ ਕਿਉਂ ਆ। ਬੇਟਾ ਅਗਰ ਆਪਾਂ ਹਿਊਮਨ ਬੋਡੀ ਦੀ ਗੱਲ ਕਰ ਲਈਏ, ਠੀਕ ਹੈ, ਹਿਊਮਨ ਬੋਡੀ ਦੀ ਗੱਲ ਕਰ ਲਈਏ, ਜਾਂ ਫਿਰ ਕੋਈ ਵੀ ਲਿਵਿੰਗ ਬੋਡੀ ਦੀ ਗੱਲ ਕਰ ਲਈਏ, ਲਿਵਿੰਗ ਆਰਗੇਨਿਜ਼ਮ ਦੀ ਗੱਲ ਕਰ ਲਈਏ, ਜਾਂ ਫਿਰ ਆਪਾਂ
ਕਿਸੇ ਨॉन ਲਿਵਿੰਗ ਆਰਗੇਨਿਜ਼ਮ ਦੀ ਵੀ ਗੱਲ ਕਰ ਲਈਏ, ਨॉन ਲਿਵਿੰਗ ਦੀ ਵੀ ਗੱਲ ਕਰ ਲਈਏ, ਜ਼ਿਆਦਾਤਰ ਨॉन ਲਿਵਿੰਗ ਦੀ ਗੱਲ ਕਰ ਲਈਏ, ਤਾਂ ਬੇਟਾ ਹਰ ਜਗ੍ਹਾ ਤੇ ਮੈਨੂੰ ਕਾਰਬਨ ਮਿਲੂਗਾ। ਹਰ ਜਗ੍ਹਾ ਤੇ ਮੈਨੂੰ ਕੀ ਮਿਲੂਗਾ? ਕਾਰਬਨ। ਇਹਦੀ ਬੋਡੀ 'ਚ ਵੀ ਕਾਰਬਨ ਆ, ਮੇਰੀ ਬੋਡੀ 'ਚ ਵੀ ਕਾਰਬਨ ਆ, ਇੱਥੇ ਕੀੜੇ ਵਗੈਰਾ, ਕੀੜੇ ਮਕੌੜੇ, ਮੱਛਰ, ਹਰ ਇੱਕ ਦੀ ਬੋਡੀ ਦੇ ਵਿੱਚ ਕਾਰਬਨ ਆ। ਕਹਿੰਦੇ ਜਿੱਥੇ ਲਾਈਫ ਹੈਗੀ ਉੱਥੇ ਕਾਰਬਨ ਮਿਲੂਗਾ। ਜਿੱਥੇ ਲਾਈਫ ਹੈਗੀ ਆ ਉੱਥੇ ਕਾਰਬਨ ਮਿਲੂਗਾ। ਓਕੇ, ਹਰ ਥਾਂ ਤੇ ਕਾਰਬਨ ਪ੍ਰੈਜ਼ੈਂਟ ਆ। ਈਵਨ ਕਿ ਆਹ ਕੁਰਸੀਆਂ ਦੇ ਵਿੱਚ ਵੀ ਕਾਰਬਨ ਪ੍ਰੈਜ਼ੈਂਟ ਹੋਊਗਾ, ਜਿਹੜਾ ਤੁਹਾਡੇ ਹੱਥ ਦੇ ਵਿੱਚ ਆ ਪੇਪਰ ਪਕੜਾ ਇਹਦੇ 'ਚ ਵੀ ਕਾਰਬਨ ਪ੍ਰੈਜ਼ੈਂਟ ਹੋਊਗਾ, ਜਿਹੜੇ ਤੁਹਾਡੇ ਹੱਥ ਦੇ ਵਿੱਚ ਕਾਪੀ ਪਕੜੀ ਹੋਈ ਆ ਬੇਟਾ ਇਹਦੇ 'ਚ ਵੀ, ਐਂਡ ਜਿਹੜਾ ਤੁਹਾਡੇ ਹੱਥ 'ਚ ਪੈਨ ਪਕੜਿਆ ਹੋਇਆ ਇਹਦੇ 'ਚ ਵੀ ਕਾਰਬਨ ਪ੍ਰੈਜ਼ੈਂਟ ਆ, ਅਰਥ ਦੀ ਕਰਸਟ 'ਚ ਕਾਰਬਨ ਪ੍ਰੈਜ਼ੈਂਟ ਆ। ਹਰ ਜਗ੍ਹਾ ਤੇ ਜਿੱਧਰ ਵੀ ਤੁਸੀਂ ਝਾਕੋਗੇ ਤੁਹਾਨੂੰ ਕਾਰਬਨ ਦਾ ਕੰਪਾਊਂਡ ਮਿਲੂਗਾ। ਕਾਰਬਨ ਹਰ ਜਗ੍ਹਾ ਤੇ ਪ੍ਰੈਜ਼ੈਂਟ ਆ। ਤੁਹਾਡੀ ਬੋਡੀ 'ਚ ਕਾਰਬੋਹਾਈਡਰੇਟਸ ਕਾਰਬਨ, ਤੁਹਾਡੀ ਬੋਡੀ 'ਚ ਫੈਟ ਕਾਰਬਨ, ਤੁਹਾਡੀ ਬੋਡੀ ਦੇ ਵਿੱਚ ਬੇਟਾ ਜੀ ਪ੍ਰੋਟੀਨ ਕਾਰਬਨ, ਤੇ ਫਿਰ ਕਿੱਥੇ ਨਹੀਂ ਕਾਰਬਨ ਹੈਗਾ? ਸਾਡੀ ਬੋਡੀ ਬਹੁਤ ਜਗ੍ਹਾ ਤੇ ਕਾਰਬਨ ਆ। ਅਗਰ ਦੇਖੋ ਸਾਡੀ ਬੋਡੀ ਦੇ ਵਿੱਚ ਟੋਟਲ ਅੱਗੇ ਜਾ ਕੇ ਡਾਟਾ ਦੇਖਾਂਗੇ, ਇੱਕ ਹਿਊਮਨ ਬੋਡੀ ਦੇ ਵਿੱਚ ਕਹਿੰਦੇ 18% ਇਕੱਲੀ ਕਾਰਬਨ ਮਿਲਦੀ ਆ, 18% ਹਿਊਮਨ ਬੋਡੀ ਦੇ ਵਿੱਚ ਕਾਰਬਨ ਆ। ਤਾਂ ਇਹਦਾ ਮਤਲਬ ਦੁਨੀਆ ਤੇ ਜਿੰਨੇ ਹਿਊਮਨ ਬੋਡੀਜ਼ ਨੇ, ਜਿੰਨੇ ਹਿਊਮਨ ਬੀਇੰਗਸ ਨੇ, ਸਭ ਦੀ ਬੋਡੀ ਵਿੱਚ 18% ਕਾਰਬਨ ਹੈ। ਚਲੋ ਤਾਂ ਹਿਊਮਨ ਬੀਇੰਗਸ ਦੀ ਗੱਲ ਕਰ ਲਈ, ਮੈਂ ਇਹ ਕਹਿ ਸਕਦਾ ਕਿ ਜਿੰਨੇ ਵੀ ਲਿਵਿੰਗ ਆਰਗੇਨਿਜ਼ਮ ਨੇ ਹਰ ਜਗ੍ਹਾ ਦੇ ਉੱਤੇ ਆਪਾਂ ਨੂੰ ਕੀ ਮਿਲੂਗਾ ਬੇਟਾ ਜੀ? ਕਾਰਬਨ ਮਿਲੂਗਾ। ਠੀਕ ਹੈ, ਐਟਮੋਸਫੀਅਰ ਦੇ ਵਿੱਚ, ਲਿਥੋਸਫੀਅਰ ਦੇ ਵਿੱਚ, ਹਾਈਡਰੋਸਫੀਅਰ ਦੇ ਵਿੱਚ, ਜਦੋਂ ਮੈਂ ਇਹ ਕਹਤਾ ਤਾਂ ਫਿਰ ਹਰ ਥਾਂ ਤੇ ਤੁਹਾਨੂੰ ਕਾਰਬਨ ਮਿਲੂਗਾ। ਸੋ ਅਗਰ ਇਹ ਸਾਰੇ ਜਗ੍ਹਾ ਦੇ ਉੱਤੇ ਕਾਰਬਨ ਮਿਲ ਰਿਹਾ, ਇਹਦਾ ਮਤਲਬ ਕਾਰਬਨ ਤੋਂ ਬਿਨਾਂ ਸਾਡੀ ਲਾਈਫ ਐਗਜ਼ਿਸਟ ਹੀ ਨਹੀਂ ਕਰਦੀ। ਕਾਰਬਨ ਤੋਂ ਬਿਨਾਂ ਸਾਡੀ ਲਾਈਫ ਐਗਜ਼ਿਸਟ ਹੀ ਨਹੀਂ ਕਰਦੀ, ਤਾਂ ਇਦੋਂ ਵੱਡੀ ਇੰਪੋਰਟੈਂਸ ਕੀ ਹੋ ਸਕਦੀ ਹੈ? ਓਕੇ, ਸੋ ਇਸ ਕਰਕੇ ਸਾਡੇ ਲਈ ਕਾਰਬਨ ਜਿਹੜਾ ਹੈਗਾ ਬੜਾ ਇੰਪੋਰਟੈਂਟ ਆ। ਫੈਕਟਸ ਅਬਾਊਟ ਕਾਰਬਨ, ਤਾਂ ਕਾਰਬਨ ਬਾਰੇ ਕੁਝ ਫੈਕਟਸ ਆਪਾਂ ਜਾਣ ਲਈਏ। ਕਹਿੰਦੇ ਜੀ ਮੋਸਟ ਅਬੰਡੈਂਟ ਐਲੀਮੈਂਟ ਇਨ ਅਰਥਸ ਕਰਸਟ, ਵਾਹ ਜੀ ਵਾਹ। ਅਰਥ ਦੀ ਕਰਸਟ ਦੇ ਵਿੱਚ ਸਭ ਤੋਂ ਅਬੰਡੈਂਟ ਐਲੀਮੈਂਟ ਕੌਣ ਹੋ ਸਕਦਾ? ਦੱਸ ਸਕਦਾ ਕੋਈ? ਅਰਥ ਦੀ ਕਰਸਟ ਦੇ ਵਿੱਚ ਸਭ ਤੋਂ ਜ਼ਿਆਦਾ ਪਾਇਆ ਜਾਣ ਵਾਲਾ ਐਲੀਮੈਂਟ ਕੋਈ ਦੱਸ ਸਕਦਾ ਬੱਚਾ ਤੁਹਾਡੇ ਚੋਂ? ਇੱਕ ਛੋਟੇ ਹੁੰਦੇ ਨਾ ਆਪਾਂ ਇੱਕ ਪਾਈ ਚਾਰਟ ਜਿਹਾ ਪੜ੍ਹਦੇ ਹੁੰਦੇ ਸੀ, ਉਹ ਪਾਈ ਚਾਰਟ ਦੇ ਵਿੱਚ ਵੈਲਿਊਜ਼ ਲਿਖੀਆਂ ਹੁੰਦੀਆਂ ਸੀ, ਕਿੰਨੀ ਕਾਰਬਨ ਆ, ਕਿੰਨੀ ਨਾਈਟ੍ਰੋਜਨ ਆ, ਇਹ ਸਾਰਾ ਕੁਝ ਲਿਖਿਆ ਹੁੰਦਾ ਸੀ। ਦੱਸ ਸਕਦਾ ਕੋਈ? ਐਲੀਮੈਂਟ ਪੁੱਛਾਂ, ਨਾਟ ਮੈਟਲ ਜਾਂ ਨਾਨ ਮੈਟਲ। ਐਲੀਮੈਂਟ ਦੇ ਵਿੱਚ ਧਿਆਨ ਨਾਲ ਸੁਣ ਲਿਓ, ਜਿੱਥੇ ਕਿਤੇ ਵਰਡ ਐਲੀਮੈਂਟ ਆ ਜਾਏ ਨਾ ਬੇਟਾ, ਜਿੱਥੇ ਕਿਤੇ ਵਰਡ ਐਲੀਮੈਂਟ ਆ ਜੇ, ਐਲੀਮੈਂਟ ਦੇ ਵਿੱਚ ਮਤਲਬ ਕੀ ਬੇਟਾ ਜੀ? ਕੋਈ ਮੈਟਲ ਵੀ ਹੋ ਸਕਦਾ ਉਹ, ਠੀਕ ਹੈ, ਕੋਈ ਨਾਨ ਮੈਟਲ ਵੀ ਹੋ ਸਕਦਾ ਉਹ, ਐਂਡ ਕੋਈ ਮੈਟਲੋਇਡ ਵੀ ਹੋ ਸਕਦਾ, ਕੁਝ ਵੀ ਹੋ ਸਕਦਾ ਉਹ। ਇਹ ਨਹੀਂ ਦੇਖਣਾ ਵੀ ਇੱਥੇ ਮੈਟਲ ਪੁੱਛਿਆ ਕਿ ਨਾਨ ਮੈਟਲ ਪੁੱਛਿਆ, ਜਦੋਂ ਐਲੀਮੈਂਟ ਪੁੱਛ ਲੈਣਾ ਬੇਟਾ ਇਹਨਾਂ ਚੋਂ ਕੁਝ ਵੀ ਹੋ ਸਕਦਾ ਹੈਗਾ। ਤਾਂ ਇਹਨਾਂ ਨੇ ਪੁੱਛਿਆ ਮੋਸਟ ਅਬੰਡੈਂਟ ਐਲੀਮੈਂਟ ਇਨ ਦਾ ਅਰਥ ਕਰਸਟ, ਅਰਥ ਦੀ ਕਰਸਟ ਦੇ ਵਿੱਚ ਸਭ ਤੋਂ ਜ਼ਿਆਦਾ ਮਿਲਣ ਵਾਲਾ ਐਲੀਮੈਂਟ ਕਿਹੜਾ ਹੋਊਗਾ? ਕੋਈ ਦੱਸ ਸਕਦਾ? ਹਿੰਟ ਦੇ ਦੇਣਾ, ਕੋਈ ਗੈਸ ਆ? ਨਹੀਂ? ਚਲੋ ਜੀ, ਆਨਸਰ ਲਿਖੋ, ਇਹਦਾ ਕੁਐਸਚਨ ਲਿਖੋ, ਨਾਲ ਇਹਦਾ ਆਨਸਰ ਲਿਖੋ। ਇਹਦਾ ਆਨਸਰ ਆਊਗਾ ਆਕਸੀਜਨ। ਇਹਦਾ ਆਨਸਰ ਲਿਖੋ ਆਕਸੀਜਨ। ਇਹਦਾ ਆਨਸਰ ਲਿਖੋ ਆਕਸੀਜਨ। ਆਪਣੀ ਅਰਥ ਦੀ ਕਰਸਟ ਦੇ ਵਿੱਚ ਧਿਆਨ ਨਾਲ ਸੁਣ ਲਿਓ, ਅਰਥ ਦੀ ਕਰਸਟ ਦੇ ਵਿੱਚ ਸਭ ਤੋਂ ਜ਼ਿਆਦਾ ਮਿਲਣ ਵਾਲਾ ਕੰਪਾਊਂਡ ਕਿਹੜਾ ਆਪਣਾ ਸੌਰੀ ਐਲੀਮੈਂਟ ਕਿਹੜਾ ਹੈਗਾ? ਆਕਸੀਜਨ। ਅੱਛਾ, ਦੂਸਰੇ ਨੰਬਰ ਤੇ ਕੌਣ ਹੋ ਸਕਦਾ ਫਿਰ? ਹਾਂਜੀ, ਨਹੀਂ, ਦੂਸਰੇ ਨੰਬਰ ਤੇ ਆਊਗਾ ਸਿਲੀਕॉन। ਦੂਸਰੇ ਤੇ ਕਿਹੜਾ ਹੈਗਾ? ਸਿਲੀਕॉन। ਤੀਸਰੇ ਦੱਸ ਸਕਦਾ ਕੋਈ? ਥਰਡ ਨੰਬਰ ਤੇ ਦੱਸ ਸਕਦਾ ਕੋਈ? ਜੀ, ਐਲੂਮੀਨੀਅਮ। ਤੀਸਰੇ ਨੰਬਰ ਤੇ ਆਊਗਾ ਐਲੂਮੀਨੀਅਮ। ਤੇ ਬੇਟਾ ਸਭ ਤੋਂ ਜ਼ਿਆਦਾ ਸਾਡੀ ਅਰਥ ਦੀ ਕਰਸਟ 'ਚ ਕੀ ਮਿਲਦੀ ਹੈ? ਆਕਸੀਜਨ। ਉਸ ਤੋਂ ਘੱਟ ਸਿਲੀਕਨ, ਉਸ ਤੋਂ ਘੱਟ ਐਲੂਮੀਨੀਅਮ, ਥਰਡ ਨੰਬਰ ਤੇ ਐਲੂਮੀਨੀਅਮ ਆ ਜਾਂਦੀ ਹੈ। ਐਂ ਕਰਦੇ ਕਰਦੇ ਜਦੋਂ 15ਵੇਂ ਨੰਬਰ ਤੇ ਪਹੁੰਚੋਗੇ ਉਦੋਂ ਨੰਬਰ ਆਊਗਾ ਕਾਰਬਨ ਦਾ। ਉਦੋਂ ਕਿਹਦੀ ਵਾਰੀ ਆਊਗੀ? ਕਾਰਬਨ ਦੀ। ਸੋ ਇੱਥੇ ਇੱਕ ਕੁਐਸਚਨ ਲਿਖਿਆ, ਕਾਰਬਨ ਇਜ਼ ਦਾ ਡੈਸ਼ ਅਬੰਡੈਂਟ ਐਨੀਮਲ, ਕਾਰਬਨ ਇਜ਼ ਦਾ ਡੈਸ਼ ਮੋਸਟ ਅਬੰਡੈਂਟ ਐਲੀਮੈਂਟ ਇਨ ਦਾ ਯੂਨੀਵਰਸ। ਯੂਨੀਵਰਸ ਦੀ ਗੱਲ ਬਾਅਦ ਚੋਂ ਕਰਦੇ ਆਪਾਂ, ਪਹਿਲਾਂ ਇੱਧਰ ਆ ਜਾਓ, ਅਰਥ ਦੀ ਕਰਸਟ ਦੀ ਗੱਲ ਕਰਦੇ ਹਾਂ। ਕਹਿੰਦੇ ਕਾਰਬਨ ਇਜ਼ ਦਾ ਡੈਸ਼ ਮੋਸਟ ਅਬੰਡੈਂਟ ਐਲੀਮੈਂਟ ਇਨ ਦਾ ਅਰਥਸ ਕਰਸਟ। ਅਰਥ ਦੀ ਕਰਸਟ ਦੇ ਵਿੱਚ ਕਹਿੰਦੇ ਕਾਰਬਨ ਕਿੰਨਵੇਂ ਨੰਬਰ ਤੇ ਮੋਸਟ ਅਬੰਡੈਂਟ ਬਣ ਜਾਂਦਾ ਹੈਗਾ? ਕੀ ਹੋਊਗਾ ਫਿਰ ਇੱਥੇ? 15th ਮੋਸਟ ਅਬੰਡੈਂਟ ਐਲੀਮੈਂਟ ਆਊਗਾ। 15th ਮੋਸਟ ਅਬੰਡੈਂਟ ਐਲੀਮੈਂਟ ਆਊਗਾ ਅਰਥ ਦੀ ਕਰਸਟ ਦੇ ਵਿੱਚ। ਅਗਲੇ ਕੁਐਸਚਨ ਤੇ ਆਉਂਦੇ ਆ, ਮੋਸਟ ਅਬੰਡੈਂਟ ਮੈਟਲ ਇਨ ਦਾ ਅਰਥ ਕਰਸਟ। ਮੋਸਟ ਅਬੰਡੈਂਟ ਮੈਟਲ ਇਨ ਦਾ ਅਰਥ ਕਰਸਟ ਕੀ ਆ ਸਕਦਾ? ਬੋਲੋਗੇ ਹੁਣ? ਬੋਲੋਗੇ? ਅਰਥ ਦੀ ਕਰਸਟ ਦੇ ਵਿੱਚ ਸਭ ਤੋਂ ਜ਼ਿਆਦਾ ਪਾਇਆ ਜਾਣ ਵਾਲਾ ਐਲੀਮੈਂਟ ਦੇ ਵਿੱਚੋਂ ਮੈਟਲ ਦੱਸਣਾ ਹੁਣ ਆਪਾਂ। ਹੁਣ ਮੈਟਲ ਪੁੱਛ ਲਿਆ ਗੱਲਾਂ ਮੈਂ, ਦੇਖੋ ਆਹ ਨਾਨ ਮੈਟਲ ਆ, ਮੈਟਲੋਇਡ ਆ, ਉਹ ਮੈਟਲ ਆ,
तो सब तो ज़्यादा फिर किहड़ा मैटल पाया जाऊगा? हैं जी, वेरी गुड, किहड़ा होगा? एल्यूमीनियम। एल्यूमीनियम इज द मोस्ट अबंडेंट मैटल फाउंड इन द अर्थ क्रस्ट। अर्थ क्रस्ट ਦੇ ਵਿੱਚ ਸਭ ਤੋਂ ਜ਼ਿਆਦਾ ਮਿਲਣ ਵਾਲਾ ਜਿਹੜਾ ਮੈਟਲ ਹੈਗਾ ਗਾ ਉਹ ਕੌਣ ਆ ਬੇਟਾ ਜੀ? ਐਲੂਮੀਨੀਅਮ ਹੈਗਾ। ਓਕੇ, ਕੌਣ ਹੈਗਾ ਉਹ? ਐਲੂਮੀਨੀਅਮ। ਥਰਡ ਕੁਐਸਚਨ, ਮੋਸਟ ਅਬੰਡੈਂਟ ਐਲੀਮੈਂਟ ਇਨ ਦਾ ਯੂਨੀਵਰਸ। ਯੂਨੀਵਰਸ ਦੇ ਵਿੱਚ ਸਭ ਤੋਂ ਜ਼ਿਆਦਾ ਮਿਲਣ ਵਾਲਾ ਕੋਈ ਐਲੀਮੈਂਟ ਕੌਣ ਹੋ ਸਕਦਾ ਗਾ? ਹਾਂਜੀ, ਕਾਰਬਨ। ਅੱਛਾ, ਯੂਨੀਵਰਸ 'ਚ ਸਭ ਤੋਂ ਜ਼ਿਆਦਾ ਮਿਲਦਾ, ਅਰਥ ਦੀ ਕਰਸਟ ਤੇ 15ਵੇਂ ਨੰਬਰ ਤੇ ਆ ਗਿਆ ਉਹ। ਹੋ ਵੀ ਸਕਦਾ, ਏਡੀ ਕੋਈ ਗੱਲ ਨਹੀਂ, ਹੋ ਵੀ ਸਕਦਾ। ਤਾਂ ਮੈਨੂੰ ਤੁਸੀਂ ਇਹ ਦੱਸੋ ਕੀ ਆਊਗਾ ਆਨਸਰ ਇਹਦਾ? ਬੋਲੋ। ਗੂਗਲ ਨਹੀਂ ਕਰਨਾ ਬਈ ਕਿਸੇ ਨੇ। ਫੋਨ ਜੇ ਤੁਹਾਡੇ ਕੋਲ ਹੈ, ਗੂਗਲ ਨਹੀਂ ਕਰਨਾ ਕਿਸੇ ਨੇ। ਤਾਂ ਇੱਥੇ ਹਾਈਡਰੋਜਨ ਆ ਜਾਊਗਾ ਬੇਟਾ। ਹਾਈਡਰੋਜਨ ਯੂਨੀਵਰਸ ਦੇ ਵਿੱਚ ਸਭ ਤੋਂ ਜ਼ਿਆਦਾ ਮਿਲਣ ਵਾਲਾ ਐਲੀਮੈਂਟ ਆ। ਠੀਕ ਹੈ, ਤਾਂ ਹਾਈਡਰੋਜਨ ਐਲੀਮੈਂਟ ਇਦਾਂ ਦਾ ਗਾ ਜੋ ਸਾਨੂੰ ਸਾਡੇ ਯੂਨੀਵਰਸ ਦੇ ਵਿੱਚ ਸਭ ਤੋਂ ਜ਼ਿਆਦਾ ਮਿਲ ਜੂਗਾ। ਤੁਸੀਂ ਆਪ ਹੀ ਪੜ੍ਹਿਆ ਸਨ ਦੇ ਉੱਤੇ, ਪੜ੍ਹਿਆ ਨਹੀਂ? ਹਾਈਡਰੋਜਨ ਹੀਲੀਅਮ ਪੜ੍ਹਿਆ ਹੋਗਾ ਤੁਸੀਂ, ਕੁਛ ਨਿਊਕਲੀਅਰ ਫਿਊਜ਼ਨ, ਕੁਛ ਇਦਾਂ ਦਾ ਪੜ੍ਹਿਆ ਹੋਗਾ ਕੁਛ ਤੁਸੀਂ। ਓਕੇ, ਸੋ ਕਾਰਬਨ ਇਜ਼ ਦ ਡੈਸ਼ ਮੋਸਟ ਅਬੰਡੈਂਟ ਐਲੀਮੈਂਟ ਇਨ ਦਾ ਯੂਨੀਵਰਸ। ਚਲੋ, ਅਗਰ ਇਹ ਅਰਥ ਦੀ ਕਰਸਟ ਵਿੱਚ 15ਵੇਂ ਨੰਬਰ ਤੇ ਮਿਲਦਾ, 15th ਨੰਬਰ ਤੇ ਮਿਲਦਾ ਹੈਗਾ, ਤਾਂ ਮੈਨੂੰ ਇਹ ਦੱਸ ਸਕਦਾ ਗਾ ਕੋਈ ਹੁਣ ਯੂਨੀਵਰਸ ਦੇ ਵਿੱਚ ਕਿੰਨਵੇਂ ਨੰਬਰ ਤੇ ਮਿਲੂਗਾ ਇਹ? ਇਹ ਤੋਂ ਪਿੱਛੇ ਹੋਊਗਾ ਕਿ ਇਹ ਤੋਂ ਅੱਗੇ ਹੋਊਗਾ? ਇਹ ਦੱਸੋ ਪਹਿਲਾਂ ਤਾਂ। ਪਿੱਛੇ ਹੋਊਗਾ? ਕੋਈ ਜ਼ਰੂਰੀ ਨਹੀਂ ਹੈਗਾ, ਕੋਈ ਜ਼ਰੂਰੀ ਨਹੀਂ ਹੈਗਾ, ਕੋਈ ਜ਼ਰੂਰੀ ਨਹੀਂ ਹੈਗਾ, ਕਿਉਂਕਿ ਮੈਂ ਇੱਥੇ ਇਕੱਲੀ ਅਰਥ ਦੀ ਕਰਸਟ ਤੇ ਗਿਆ ਸੀ, ਮੈਂ ਪੂਰੀ ਅਰਥ ਤੇ ਨਹੀਂ ਕਿਹਾ। ਠੀਕ ਹੈ, ਮੈਂ ਪੂਰੇ ਅਰਥ ਦੇ ਆਲੇ ਦੁਆਲੇ ਜਾਂ ਬਾਇਓਸਫੀਅਰ 'ਚ ਨਹੀਂ ਕਿਹਾ ਸੀਗਾ ਵੀ ਸਭ ਤੋਂ ਜ਼ਿਆਦਾ ਮਿਲਣ ਵਾਲਾ ਆਕਸੀਜਨ ਹੈ, ਮੈਂ ਇਦਾਂ ਨਹੀਂ ਕਿਹਾ ਸੀਗਾ ਤੁਹਾਨੂੰ। ਮੈਂ ਅਰਥ ਦੀ ਕਰਸਟ ਦੇ ਵਿੱਚ ਕਹੀ ਸੀ ਗੱਲ। ਹਾਂਜੀ, ਬੋਲੋ। ਹੂੰ, ਨਹੀਂ, 4th ਨੰਬਰ ਤੇ ਆਊਗਾ। ਤੇ ਕਾਰਬਨ ਜਿਹੜਾ ਹੈਗਾ ਬੇਟਾ ਜੀ ਯੂਨੀਵਰਸ ਦੇ ਵਿੱਚ ਅਗਰ ਗੱਲ ਕਰੀਏ ਤਾਂ 4th ਮੋਸਟ ਅਬੰਡੈਂਟ ਐਲੀਮੈਂਟ ਆ ਯੂਨੀਵਰਸ ਦੇ ਵਿੱਚ। ਠੀਕ ਹੈ, 4th ਮੋਸਟ ਅਬੰਡੈਂਟ ਐਲੀਮੈਂਟ ਆ ਯੂਨੀਵਰਸ ਦੇ ਵਿੱਚ। ਇੱਕ ਵਾਰ ਇਹਨੂੰ ਆਪਾਂ ਚੈੱਕ ਵੀ ਕਰ ਲਈਏ, ਵੈਸੇ 100% ਸਹੀ ਆ। ਮੋਸਟ ਅਬੰਡੈਂਟ ਐਲੀਮੈਂਟ ਇਨ ਅਰਥ ਕਰਸਟ ਆਕਸੀਜਨ ਲਿਖਿਆ ਜੀ ਆਪਾਂ। ਠੀਕ ਹੈ ਜੀ, ਇਨ ਯੂਨੀਵਰਸ ਹਾਈਡਰੋਜਨ ਲਿਖਿਆ ਸੀਗਾ ਜੀ। 70% ਹੁੰਦਾ, ਇਹ ਵੀ ਧਿਆਨ ਰੱਖਿਓ, 70%। ਇਹ 40 to 48% ਹੁੰਦਾ ਹੈਗਾ। ਓਕੇ, ਯਾਦ ਰੱਖਿਓ। ਮੋਸਟ ਅਬੰਡੈਂਟ ਇਹ ਤਾਂ ਆਪਾਂ ਨੂੰ ਪਤਾ ਹੈਗਾ। ਠੀਕ ਹੈ, ਉਸ ਤੋਂ ਬਾਅਦ ਕਾਰਬਨ ਦੀ ਗੱਲ ਕਰ ਲੈਂਦੇ ਹਾਂ। ਕਾਰਬਨ ਮੋਸਟ ਅਬੰਡੈਂਟ ਐਲੀਮੈਂਟ ਔਨ ਅਰਥ, 15th ਮੋਸਟ ਆਊਗਾ ਬੇਟਾ ਅਰਥ ਦੀ ਕਰਸਟ ਦੇ ਵਿੱਚ। ਠੀਕ ਹੈ ਜੀ, ਇਨ ਯੂਨੀਵਰਸ ਦੇ ਵਿੱਚ ਅਗਰ ਗੱਲ ਕਰੀਏ ਤਾਂ ਆਉਂਦਾ ਹੈਗਾ ਇਹਦਾ 4th ਮੋਸਟ ਅਬੰਡੈਂਟ ਐਲੀਮੈਂਟ ਇਨ ਦਾ ਯੂਨੀਵਰਸ। ਫਸਟ ਕੀ ਹੋਊਗਾ? ਹਾਈਡਰੋਜਨ, ਉਸ ਤੋਂ ਬਾਅਦ ਹੀਲੀਅਮ, ਉਸ ਤੋਂ ਬਾਅਦ ਆਕਸੀਜਨ। ਠੀਕ ਹੈ, ਤਾਂ ਇਹਦੇ ਵਿੱਚ ਵੀ ਲਿਖ ਲਓ ਹਾਈਡਰੋਜਨ, ਹਾਈਡਰੋਜਨ, ਉਸ ਤੋਂ ਬਾਅਦ ਆ ਜਾਊਗਾ ਇੱਥੇ ਹੀਲੀਅਮ, ਹੀਲੀਅਮ ਤੋਂ ਬਾਅਦ ਆ ਗਿਆ ਆਕਸੀਜਨ, ਫਿਰ ਆਊਗਾ ਕਾਰਬਨ। ਕਈ ਵਾਰ ਕੋਈ ਬੱਚਾ ਪੁੱਛ ਲੈਂਦਾ ਨਾ, ਜਾਂ ਕੋਈ ਬੱਚੇ ਦੇ ਦਿਮਾਗ ਦੇ ਵਿੱਚ ਆਉਂਦਾ ਨਾ, ਤਾਂ ਕਰਕੇ ਲਿਖਵਾਇਆ ਬੇਟਾ। ਓਕੇ, ਤਾਂ ਦੇਖੋ ਯੂਨੀਵਰਸ ਦੇ ਵਿੱਚ ਮੋਸਟ ਅਬੰਡੈਂਟ ਐਲੀਮੈਂਟ ਦੀ ਲਿਸਟ ਦੇ ਵਿੱਚ ਤਾਂ ਕਾਰਬਨ ਕਿੰਨਵੇਂ ਨੰਬਰ ਤੇ ਆ ਰਿਹਾਗਾ? 4th ਨੰਬਰ ਤੇ। ਇਸ ਦੇ ਵਿੱਚ ਕਿੰਨਵੇਂ ਨੰਬਰ ਤੇ ਆ ਜਾਊਗਾ? 15th ਨੰਬਰ ਤੇ ਆ ਜਾਊਗਾ। ਓਕੇ, ਇਹ ਤਾਂ ਨਹੀਂ ਭੁੱਲੋਗੇ ਹੁਣ ਤੁਸੀਂ ਸਾਰੇ ਬੱਚੇ। ਚੱਲੀਏ ਆਪਾਂ ਅੱਗੇ। ਉਸ ਤੋਂ ਤੇ ਹਿਊਮਨ ਬੋਡੀ ਕੰਟੇਨਸ 18% ਕਾਰਬਨ। ਕਹਿੰਦੇ ਹਿਊਮਨ ਬੋਡੀ ਦੇ ਵਿੱਚ ਕਾਰਬਨ 18% ਹੁੰਦੀ ਹੈ, 18%। ਐਂਡ ਇਹ ਆਪਦੇ ਆਪ ਦੇ ਵਿੱਚ ਬਹੁਤ ਜ਼ਿਆਦਾ ਹੈਗਾ, ਇਹ ਆਪਦੇ ਆਪ ਚ ਬਹੁਤ ਜ਼ਿਆਦਾ ਹੈਗਾ। ਸਾਡੀ ਬੋਡੀ 'ਚ ਦੇਖੋ ਸਭ ਤੋਂ ਜ਼ਿਆਦਾ ਤਾਂ ਪਾਣੀ ਮਿਲਦਾ। ਠੀਕ ਹੈ, ਸਾਡੀ ਬੋਡੀ ਸਭ ਤੋਂ ਜ਼ਿਆਦਾ ਕੀ ਮਿਲਦਾ ਹੈਗਾ? ਪਾਣੀ ਮਿਲਦਾ 62%। ਦੇਖੋ 62% ਵਾਟਰ ਮਿਲਦਾ, ਐਂਡ ਉਸ ਤੋਂ ਘੱਟ ਆ ਜਾਂਦਾ ਹੈਗਾ ਆਕਸੀਜਨ। ਠੀਕ ਹੈ, ਉਸ ਤੋਂ ਘੱਟ ਕਰਦੇ 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 ਤੁਹਾਡੇ ਮੂਹਰੇ ਸਾਰਾ ਚਾਰਟ ਪੈ ਗਿਆ ਹਿਊਮਨ ਬੋਡੀ ਦਾ। ਹਿਊਮਨ ਬੋਡੀ ਲਈ ਤੁਹਾਡੇ ਸਾਹਮਣੇ ਸਾਰਾ ਚਾਰਟ ਪਿਆ ਗਾ, ਤਾਂ ਇੱਥੇ ਕੁਐਸਚਨ ਨਾਲ ਲਿਖਿਆ ਗਾ 18%। ਅਗਰ ਬੇਟਾ ਤੁਸੀਂ ਕਈ ਬੁੱਕਸ ਦੇ ਵਿੱਚ ਦੇਖੋਗੇ ਨਾ, ਜਾਂ ਫਿਰ ਤੁਸੀਂ ਕਾਫੀ ਬੱਚਿਆਂ ਨੂੰ ਗੂਗਲ ਕਰਨ ਦੀ ਆਦਤ ਹੁੰਦੀ ਹੈ, ਤਾਂ ਕਈ ਜਗ੍ਹਾ ਤੇ ਬੇਟਾ ਜੀ ਇਹ 18.5% ਵੀ ਲਿਖਿਆ ਹੁੰਦਾ ਹੈਗਾ। ਠੀਕ ਹੈ, ਠੀਕ ਹੈ, ਆਪਦੀ ਆਪਦੀ ਜਗ੍ਹਾ ਤੇ ਹੈਗਾ। ਸਹੀ ਹੈ ਦੋਨੇ, 18.5 ਵੀ ਸਹੀ ਆ ਤੇ 18% ਵੀ ਸਹੀ ਆ।
ਪਰ ਜੋ ਇੱਥੇ ਆਪਣੇ ਜਿਹੜਾ ਹੈਗਾ ਗਾ, ਕਾਫੀ ਬੁੱਕਸ ਦੇ ਵਿੱਚ ਦਿੱਤਾ ਉਹ 18% ਦਿੱਤਾ ਹੋਇਆ ਹੈਗਾ ਕਿ ਹਿਊਮਨ ਬੋਡੀ ਦੇ ਵਿੱਚ ਸਾਨੂੰ 18% ਕੀ ਮਿਲੂਗਾ, ਸਾਨੂੰ ਕਾਰਬਨ ਮਿਲੂਗਾ। ਹੁਣ ਕਿਸ ਫਾਰਮ 'ਚ ਮਿਲੂਗਾ ਬੇਟਾ, ਸਾਡੀ ਬੋਡੀ 'ਚ ਬਹੁਤ ਸਾਰੀਆਂ ਚੀਜ਼ਾਂ ਨੇ, ਦੇਖੋ ਕਾਰਬੋਹਾਈਡਰੇਟਸ ਹੋ ਗਏ, ਕਾਰਬੋਹਾਈਡਰੇਟਸ ਦੇ ਨਾਲ ਬੇਟਾ ਜੀ ਆਪਾਂ ਕਹਿ ਸਕਦੇ ਹਾਂ ਪ੍ਰੋਟੀਨਸ ਹੋ ਗਏ, ਠੀਕ ਹੈ, ਪ੍ਰੋਟੀਨਸ ਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਐਟਸੈਕਟਰਾ ਲਿਖ ਦੇਣਾ ਇੱਥੇ ਮੈਂ ਬੇਟਾ। ਇਹ ਜਿਹੇ ਬਹੁਤ ਕਾਰਬਨ ਕੰਪਾਊਂਡਸ ਨੇ, ਬਹੁਤ ਆਰਗੈਨਿਕ ਕੰਪਾਊਂਡਸ ਨੇ ਸਾਡੀ ਬੋਡੀ ਦੇ ਵਿੱਚ, ਜਿਹਦੇ ਵਿੱਚ ਸਾਨੂੰ ਕੀ ਮਿਲਦਾ ਹੈਗਾ, ਜਿਹਦੇ ਵਿੱਚ ਸਾਨੂੰ ਕੀ ਮਿਲਦਾ, ਕਾਰਬਨ ਮਿਲਦਾ। ਐਂਡ ਜਿੰਨੇ ਵੀ ਸਾਡੀ ਬੋਡੀ ਦੇ ਵਿੱਚ ਆਰਗੈਨਿਕ ਕੰਪਾਊਂਡਸ ਨੇ ਪਲੱਸ ਕੁਛ ਇਨਆਰਗੈਨਿਕ ਕੰਪਾਊਂਡ, ਜਿਵੇਂ ਕਾਰਬਨ ਡਾਈਆਕਸਾਈਡ ਵੀ ਹੋ ਗਿਆ, ਸਾਡੀ ਬੋਡੀ ਕਾਰਬਨ ਡਾਈਆਕਸਾਈਡ ਵੀ ਪ੍ਰੋਡਿਊਸ ਕਰਦੀ ਹੈ ਨਾ, ਉਹ ਸਾਰਾ ਕੁਝ ਲਗਾ ਕੇ ਸਾਡੀ ਬੋਡੀ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ 18% ਜਿਹੜੀ ਹੈਗੀ ਸਾਡੀ ਬੋਡੀ 'ਚ ਕੀ ਮਿਲਦੀ ਹੈ, ਕਾਰਬਨ ਮਿਲਦੀ ਹੈ। ਓਕੇ, ਸੋ ਹਿਊਮਨ ਬੋਡੀ ਦੇ ਵਿੱਚ ਜਿਹੜੀ ਕਾਰਬਨ ਦੀ ਪਰਸੈਂਟੇਜ ਆ ਉਹ ਕਿੰਨੀ ਹੈ, 18%। ਆ ਸਾਰਾ ਤੁਸੀਂ ਦੇਖ ਸਕਦੇ ਹੋ। ਆ ਜਿਹੜਾ 1% ਕਾਰਬੋਹਾਈਡਰੇਟ ਲਿਖਿਆ ਨਾ ਬੇਟਾ ਇਹਨਾਂ ਨੇ, ਇਸ ਕਾਰਬੋਹਾਈਡਰੇਟ ਦੇ ਵਿੱਚ ਵੀ ਕੀ ਹੁੰਦੀ ਹੈ, ਕਾਰਬਨ ਹੀ ਹੁੰਦੀ ਹੈ। ਓਕੇ, ਆ ਫੈਟ ਲਿਖੀ ਹੈ, ਇਹਦੇ ਵਿੱਚ ਵੀ ਕੀ ਹੁੰਦੀ ਹੈ, ਕਾਰਬਨ ਹੀ ਹੁੰਦੀ ਹੈ। ਓਕੇ, ਸੋ ਇਹਨਾਂ ਨੇ ਲਿਖਤਾ ਦੇਖੋ ਇਧਰ ਕਾਰਬਨ ਟੋਟਲ ਮਿਲਾ ਕੇ ਹੀ 18% ਕਿਹਾ ਹੋਇਆ ਇਹਨਾਂ ਨੇ। ਓਕੇ, ਉਸ ਤੋਂ ਬਾਅਦ ਅਗਰ ਆਪਾਂ ਲਿਥੋਸਫੀਅਰ ਤੇ ਐਟਮੋਸਫੀਅਰ ਦੀ ਗੱਲ ਕਰੀਏ, ਥੋੜਾ ਫੇਰ ਉਹ ਬੈਕ ਟੌਪਿਕ ਤੇ ਚੱਲ ਦੇਣਾ, ਪਿੱਛੇ ਚਲਾ ਗਿਆ। ਆਪਾਂ ਲਿਥੋਸਫੀਅਰ ਤੇ ਅਰਥ ਦੇ ਉੱਤੇ ਕਰਸਟ ਦੇ ਵਿੱਚ ਸਭ ਤੋਂ ਜ਼ਿਆਦਾ ਕਿਹੜਾ ਮਿਲਦਾ ਸੀ ਐਲੀਮੈਂਟ ਸਾਨੂੰ, ਐਲੀਮੈਂਟ ਨਾਟ ਮੈਟਲ, ਆਕਸੀਜਨ। ਤਾਂ ਲਿਥੋਸਫੀਅਰ ਦੇ ਵਿੱਚ ਚੈੱਕ ਕਰੋ ਸਭ ਤੋਂ ਜ਼ਿਆਦਾ ਕੀ ਆ, ਲਿਥੋਸਫੀਅਰ ਦੇ ਚਾਰਟ ਦੇ ਵਿੱਚ ਚੈੱਕ ਕਰੋ ਸਭ ਤੋਂ ਜ਼ਿਆਦਾ ਕੀ ਮਿਲ ਰਿਹਾ ਤੁਹਾਨੂੰ, ਆਕਸੀਜਨ। ਆਕਸੀਜਨ ਤੋਂ ਬਾਅਦ ਮੈਂ ਕਿਹਦਾ ਨਾਮ ਲਿਖਿਆ ਸੀਗਾ, ਸਿਲੀਕॉन ਦਾ, ਆਪ ਹੈ ਦੂਸਰੇ ਨੰਬਰ ਤੇ ਸਿਲੀਕॉन। ਤੀਸਰੇ ਨੰਬਰ ਤੇ ਕਿਹਦਾ ਨਾਮ ਲਿਖਿਆ ਸੀਗਾ ਮੈਂ, ਆਪ ਹੈ ਜੀ ਐਲੂਮੀਨੀਅਮ, ਠੀਕ ਹੈ ਜੀ, ਆਪ ਹੈ ਜੀ ਆਪਣੇ ਕੋਲ ਕੀ, ਐਲੂਮੀਨੀਅਮ। ਐਲੂਮੀਨੀਅਮ ਤੋਂ ਬਾਅਦ ਆਇਰਨ, ਮੈਗਨੀਸ਼ੀਅਮ ਕਰਦੇ 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 ਫਿਰ ਕਿਤੇ 15th ਨੰਬਰ ਤੇ ਆਊਗਾ ਬੇਟਾ ਜੀ ਕਿਹਦਾ ਨਾਮ, ਜਦੋਂ ਹੀ ਕਾਰਬਨ ਦੀ ਗੱਲ ਕਰਾਂਗੇ ਤਾਂ ਕਾਰਬਨ ਤਾਂ 0.0 ਸਮਥਿੰਗ ਕੁਛ ਇਦਾਂ ਗਾ, 0.02% ਹੈ ਸ਼ਾਇਦ, ਅੱਗੇ ਸ਼ਾਇਦ ਲਿਖਿਆ ਹੋਵੇ। ਕਾਰਬਨ ਜਿਹੜਾ ਹੈਗਾ ਸਾਡੇ ਅਰਥ ਦੀ ਕਰਸਟ ਦੇ ਵਿੱਚ ਮਿਲਦਾ ਸਾਨੂੰ 0.02%। ਓਕੇ, ਐਂਡ ਇਹਦੇ ਨਾਲ ਤਾਂ ਬਹੁਤ ਥੱਲੇ ਚਲਾ ਗਿਆ ਇਹ, ਬਹੁਤ ਥੱਲੇ ਚਲਾ ਗਿਆ ਬੇਟਾ। ਤੁਸੀਂ ਐ ਦੇਖੋ 8% ਵਾਲਾ ਅਗਰ ਥਰਡ ਪੋਜੀਸ਼ਨ ਦੇ ਉੱਤੇ ਆ ਰਿਹਾ ਹੈਗਾ ਤਾਂ 0.02 ਵਾਲਾ ਕਿੰਨਵੇਂ ਤੇ ਆ ਰਿਹਾ, 15th ਪੋਜੀਸ਼ਨ ਦੇ ਉੱਤੇ ਆ ਰਿਹਾ। ਤਾਂ ਇਹ ਤਾਂ ਸੀਗਾ ਅਰਥ ਦੀ ਕਰਸਟ, ਲਿਥੋਸਫੀਅਰ। ਐਟਮੋਸਫੀਅਰ ਦੇ ਵਿੱਚ ਗੱਲ ਕਰੀਏ, ਹੁਣ ਧਿਆਨ ਨਾਲ ਸੁਣਿਓ, ਐਟਮੋਸਫੀਅਰ ਦੇ ਵਿੱਚ ਅਗਰ ਤੁਹਾਨੂੰ ਐਟਮੋਸਫੀਅਰ ਦੇ ਵਿੱਚ ਪੁੱਛ ਲਿਆ ਜਾਵੇ ਤਾਂ ਐਟਮੋਸਫੀਅਰ ਦੇ ਵਿੱਚ ਕਿਹਦਾ ਨਾਂ ਲਿਖੋਗੇ ਤੁਸੀਂ, ਬੋਲੀਏ ਹਾਂਜੀ, ਐਟਮੋਸਫੀਅਰ ਦੇ ਵਿੱਚ ਕਿਹਦਾ ਨਾਂ ਲਿਖ ਦੋਗੇ, ਨਾਈਟ੍ਰੋਜਨ ਦਾ। ਵੇਟ ਮੈਨੂੰ ਇੱਕ ਮਿੰਟ ਜੁਆਇਨ ਕਰ ਲੈਂਦੇ। ਦੇਖੋ ਤੁਸੀਂ ਚਾਰਟ ਨੂੰ ਦੇਖੋ ਧਿਆਨ ਨਾਲ ਸਾਰੇ ਬੱਚੇ, ਦਿਖ ਰਿਹਾ ਸਾਰਿਆਂ ਨੂੰ, ਮੈਨੂੰ ਤਾਂ ਕਿ ਨਾ ਇਹ ਸੁਣਦਾ ਰਹੇ, ਆਵਾਜ਼ ਆ ਰਹੀ ਹੈ, ਕਈ ਵਾਰ ਬੰਦ ਬੁੰਦੀ ਨਾ ਹੋ ਜੇ। ਦੇਖੋ ਬੇਟਾ, ਐਟਮੋਸਫੀਅਰ ਦੇ ਵਿੱਚ ਅਗਰ ਤੁਹਾਨੂੰ ਪੁੱਛ ਲਿਆ ਜਾਵੇ ਮੋਸਟ ਅਬੰਡੈਂਟ ਐਲੀਮੈਂਟ ਕਿਹੜਾ ਹੈਗਾ, ਦੈਨ ਬੇਟਾ ਇੱਥੇ ਤਾਂ ਛੋਟੇ ਹੁੰਦਿਆਂ ਤੋਂ ਸੁਣਿਆ ਹੋਊਗਾ ਨਾਈਟ੍ਰੋਜਨ, ਤੁਸੀਂ ਬੋਲੇ ਵੀ ਸੀ ਮੈਨੂੰ ਲੱਗਦਾ, ਨਾਈਟ੍ਰੋਜਨ। ਸੈਕਿੰਡ ਨੰਬਰ ਤੇ ਕੌਣ ਮਿਲ ਰਿਹਾ ਤੁਹਾਨੂੰ, ਆਕਸੀਜਨ। ਜਿਹੜਾ ਬੇਟਾ ਜੀ ਲਿਥੋਸਫੀਅਰ ਦੇ ਵਿੱਚ ਸਭ ਤੋਂ ਜ਼ਿਆਦਾ ਮਿਲ ਰਿਹਾ ਸੀਗਾ, ਹੁਣ ਉਹ ਐਟਮੋਸਫੀਅਰ ਦੇ ਵਿੱਚ ਕਿੰਨਵੇਂ ਨੰਬਰ ਤੇ ਮਿਲ ਰਿਹਾ ਹੈਗਾ, ਸੈਕਿੰਡ ਨੰਬਰ ਤੇ ਮਿਲ ਰਿਹਾ। ਐਂ ਕਰਦੇ ਕਰਦੇ ਕਾਰਬਨ ਤੇ ਆਇਓ, ਕਾਰਬਨ ਡਾਈਆਕਸਾਈਡ ਤੇ ਉਹ 0.04%, ਬਟ ਆਪਣੀਆਂ ਬੁੱਕਸ ਦੇ ਵਿੱਚ ਕਿੰਨਾ ਦਿੱਤਾ, 0.03% ਕਹਿੰਦੇ ਕਾਰਬਨ ਡਾਈਆਕਸਾਈਡ ਦੀ ਫਾਰਮ ਦੇ ਵਿੱਚ ਸਾਡੇ ਐਟਮੋਸਫੀਅਰ ਦੇ ਵਿੱਚ ਕਾਰਬਨ ਪਿਆਗਾ। ਓਕੇ, ਤਾਂ ਇੱਥੋਂ ਡਾਟੇ ਤੇ ਨਾ ਜਾਇਓ, ਆਹ ਵਾਲੇ ਤੇ ਨਾ ਜਾਇਓ, ਜੋ ਤੁਹਾਡੀ ਬੁੱਕ ਦੇ ਵਿੱਚ ਦਿੱਤਾ ਹੋਊਗਾ ਬੇਟਾ ਉਹਦੇ ਅਕੋਰਡਿੰਗ ਇੱਥੇ ਕੀ ਆਊਗਾ, 3 ਆ ਜਾਊਗਾ, 0.03%। ਓਕੇ, ਇਹਦੇ ਤੇ ਨਹੀਂ ਜਾਣਾ, ਇਹ ਜਸਟ ਜਿਹੜੀਆਂ ਹੈਗੀਆਂ ਗੂਗਲ ਤੋਂ ਫੋਟੋਜ਼ ਚੱਕੀਆਂ ਹੋਈਆਂ ਬੇਟਾ, ਹਰੇਕ ਨੇ ਆਪਦੇ ਅਕੋਰਡਿੰਗ ਕੀ ਪਤਾ ਕਿਸ ਤਰੀਕੇ ਨਾਲ ਡਾਟਾ ਲਿਖਿਆ ਹੋਏਗਾ। ਤਾਂ ਤੁਸੀਂ ਸਾਰੇ ਬੱਚਿਆਂ ਨੇ ਜਿਹੜਾ ਹੈਗਾ ਇੱਥੇ 0.03% ਹੀ ਪੜ੍ਹਨਾ ਹੈਗਾ ਸਾਰੇ ਬੱਚਿਆਂ ਨੇ, ਠੀਕ ਹੈ, 0.03% ਹੀ ਪੜ੍ਹਨਾ ਸਾਰੇ ਬੱਚਿਆਂ ਨੇ ਇੱਥੇ, ਮੈਂ ਲਿਖ ਵੀ ਦੇਣਾ 0.03%। ਕਲੀਅਰ ਜੀ। ਉਸ ਤੋਂ ਅੱਗੇ ਚੱਲਦੇ ਹਾਂ, ਕਾਰਬਨ ਆਲਵੇਜ਼ ਫॉर्म ਕੋਵੈਲੈਂਟ ਬੌਂਡ, ਵਾਹ, ਇਹ ਕਾਰਬਨ ਦੀ ਪ੍ਰਾਪਰਟੀ ਯਾਦ ਆ, ਆਪਾਂ ਜਿਹੜਾ ਫਸਟ ਪੇਜ ਸੀ, ਫਸਟ ਪੇਜ ਦੇ ਵਿੱਚ ਦੇਖਿਆ ਸੀ ਫੈਕਟ ਅਬਾਊਟ ਕਾਰਬਨਸ, ਕਾਰਬਨ ਕੀ ਆ, ਐਂਡ ਫਿਰ ਮੈਂ ਤੁਹਾਨੂੰ ਕਿਹਾ ਸੀਗਾ ਆਪਾਂ ਕੀ ਪੜਾਂਗੇ, ਕਾਰਬਨ ਦੀਆਂ ਪ੍ਰੋਪਰਟੀਜ਼ ਪੜਾਂਗੇ ਆਪਾਂ, ਕਾਰਬਨ ਦੀਆਂ ਕੀ ਪੜ੍ਹਨੀਆਂ ਸੀ, ਪ੍ਰੋਪਰਟੀਜ਼ ਪੜ੍ਹਨੀਆਂ ਨੇ। ਤਾਂ ਕਾਰਬਨ ਦੀ ਪ੍ਰੋਪਰਟੀਜ਼ ਦੇ ਵਿੱਚੋਂ ਇੱਕ ਸਭ ਤੋਂ ਇੰਪੋਰਟੈਂਟ ਪ੍ਰੋਪਰਟੀ
ਜੋ ਸਾਨੂੰ ਚੈਪਟਰ ਦੇ ਵਿੱਚ ਪੂਰੀ ਹੈਲਪ ਕਰੂਗੀ ਉਹ ਹੈਗਾ ਕੋਵੈਲੈਂਟ ਬੌਂਡ। ਹੁਣ ਤੁਹਾਨੂੰ ਯਾਦ ਹੋਵੇ ਆਪਾਂ ਬੌਂਡਸ ਪੜ੍ਹ ਕੇ ਆਏ ਆ ਦੋ ਤਰ੍ਹਾਂ ਦੇ, ਬੌਂਡਸ ਲਗਾ ਲਓ, ਕੰਪਾਊਂਡ ਲਗਾ ਲਓ, ਬੌਂਡਸ ਲਗਾ ਲਓ ਜਾਂ ਕੰਪਾਊਂਡ ਲਗਾ ਲਓ। ਅਸੀਂ ਦੋ ਤਰ੍ਹਾਂ ਦੇ ਕੰਪਾਊਂਡ ਜਾਂ ਦੋ ਤਰ੍ਹਾਂ ਦੇ ਬੌਂਡ ਪੜ੍ਹ ਕੇ ਆਏ ਆ। ਕਿਹੜੇ ਕਿਹੜੇ ਪੜ੍ਹ ਕੇ ਆਏ? ਇੱਕ ਤਾਂ ਆਪਾਂ ਪੜ੍ਹ ਕੇ ਆਏ ਸੀ ਬੇਟਾ ਜੀ ਕਿਹੜੇ ਕਿਹੜੇ? ਆਇਨਿਕ ਬੌਂਡ। ਇੱਕ ਅਸੀਂ ਪੜ੍ਹ ਕੇ ਆਏ ਸੀ ਕਿਹੜੇ ਬੌਂਡ? ਕੋਵਾਲੈਂਟ ਬੌਂਡ। ਇੱਕ ਪੜ੍ਹ ਕੇ ਆਏ ਸੀ ਕੋਵਾਲੈਂਟ ਬੌਂਡ। ਅਗਰ ਇਹ ਤੁਹਾਨੂੰ ਯਾਦ ਹੋਵੇ, ਇੱਕ ਆਇਨਿਕ ਬੌਂਡ, ਇੱਕ ਕਿਹੜਾ ਬੌਂਡ? ਕੋਵਾਲੈਂਟ ਬੌਂਡ। ਤਾਂ ਬੇਟਾ ਦੋਨਾਂ 'ਚ ਫਰਕ ਕੀ ਆ? ਦੋਨਾਂ 'ਚ ਫਰਕ ਕੋਈ ਆਪਾਂ ਕਹਿ ਸਕਦੇ ਹਾਂ ਕੋਈ ਔਖਾ ਨਹੀਂ ਹੈਗਾ ਸਮਝਣਾ, ਫਰਕ ਬਹੁਤ ਜ਼ਿਆਦਾ ਆ। ਆਪਾਂ ਇਹ ਨਹੀਂ ਕਹਿੰਦੇ ਫਰਕ ਕੋਈ ਥੋੜਾ ਮੋਟਾ, ਨਹੀਂ, ਫਰਕ ਬਹੁਤ ਜ਼ਿਆਦਾ ਹੈ। ਓਕੇ, ਪਰ ਸੌਖਾ ਗਾ। ਦੇਖੋ, ਅਗਰ ਮੰਨ ਲਓ ਇੱਕ ਬੰਦਾ ਕਹਿੰਦਾ ਮੇਰੇ ਕੋਲ ਕੋਈ ਚੀਜ਼ ਵਾਧੂ ਪਈ ਆ, ਐਂਡ ਇੱਕ ਬੰਦਾ ਕਹਿੰਦਾ ਮੈਨੂੰ ਕਿਸ ਚੀਜ਼ ਦੀ ਲੋੜ ਆ। ਫੋਰ ਐਗਜ਼ਾਮਪਲ ਇੱਥੇ A ਆ, ਇੱਥੇ ਆ B ਆ। ਹੁਣ A ਕਹਿੰਦਾ ਮੇਰੇ ਕੋਲ ਯਾਰ ਆਹ ਚੀਜ਼ ਨਾ ਇੱਕ ਵਾਧੂ ਪਈ ਆ, ਐਂਡ ਇਹ ਕਹਿੰਦਾ ਯਾਰ ਮੈਨੂੰ ਇੱਕ ਚੀਜ਼ ਦੀ ਲੋੜ ਆ। ਮਤਲਬ ਕਿ ਚਲੋ ਆਪਾਂ ਵਧੀਆ ਐਗਜ਼ਾਮਪਲ ਲੈਂਦੇ ਆਪਾਂ। ਇੱਥੇ ਇੱਕ ਬੰਦਾ ਗਾ, ਇਹਨੂੰ ਕਹਿੰਦੇ ਤੂੰ ਸਟੇਬਲ ਰਹਿਣਾ ਨਾ, ਤੂੰ ਸਟੇਬਲ ਰਹਿਣਾ, ਜਾਂ ਤਾਂ ਤੇਰੀ ਜੇਬ 'ਚ 10 ਰੁਪਏ ਹੋਣੇ ਚਾਹੀਦੇ, ਜਾਂ ਤੇਰੀ ਜੇਬ 'ਚ 18 ਰੁਪਏ ਹੋਣੇ ਚਾਹੀਦੇ। ਕਹਾਣੀ ਸੁਣਿਓ ਧਿਆਨ ਨਾਲ। ਇੱਥੇ ਆਪਾਂ ਦੋਨਾਂ ਬੰਦਿਆਂ ਨੂੰ ਕਹਤਾ ਭਾਈ ਜੇ ਤੁਸੀਂ ਆਪਦੀ ਲਾਈਫ ਦੇ ਵਿੱਚ ਸਟੇਬਲ ਰਹਿਣਾ ਗਾ, ਜੇ ਤੁਸੀਂ ਸਟੇਬਲ ਹੋਣਾ ਗਾ, ਤਾਂ ਸਟੇਬਲ ਹੋਣ ਵਾਸਤੇ ਜਾਂ ਤਾਂ ਤੁਹਾਡੀ ਪਾਕਟ ਦੇ ਵਿੱਚ ਕਿੰਨੇ ਰੁਪਏ ਹੋਣ? 10 ਰੁਪਏ ਹੋਣ, ਜਾਂ ਕਿੰਨੇ ਹੋਣ? 18 ਰੁਪਏ ਹੋਣ। ਬਟ A ਕੋਲੇ ਬਦਕਿਸਮਤੀ ਨਾਲ ਵਿਚਾਰੇ ਕੋਲ ਕਿੰਨੇ ਨੇ? 1 ਰੁਪਿਆ ਵੱਧ, ਇਹਦੇ ਕੋਲ 11 ਰੁਪਏ ਨੇ, ਐਂਡ ਇਹਦੇ ਕੋਲ ਕਿੰਨੇ ਨੇ? 17 ਰੁਪਏ ਨੇ। ਸਟੇਬਲ ਹੋਣ ਲਈ ਕੀ ਚਾਹੀਦਾ ਸੀਗਾ? ਜਾਂ ਤਾਂ 10 ਹੋਣ ਜਾਂ ਫਿਰ ਕੀ ਹੋਣ? 18 ਹੋਣ। ਕੀ ਬੇਟਾ ਇਹਨੂੰ ਕੋਈ 7 ਰੁਪਏ ਕੋਈ ਡੋਨੇਟ ਕਰਕੇ ਜਾ ਸਕਦਾ? ਤਾਂ ਇਹਦੇ ਕੋਲ ਇੱਕੋ ਇੱਕ ਹੱਲ ਆ ਨਾ ਸਟੇਬਲ ਹੋਣ ਦੇ ਲਈ, ਵੀ ਮੈਂ ਇੱਕ ਏਦਾਂ ਕਰਦਾ ਯਾਰ ਕਿਸੇ ਨੂੰ ਫੜਾਈ ਦੇਣਾ ਵੀ ਚੱਕੋ ਯਾਰ 1 ਰੁਪਿਆ ਮੇਰੇ ਤੋਂ ਕੋਈ ਲੈ ਜਾਓ ਐਂਡ ਮੈਨੂੰ ਸਟੇਬਲ ਹੋਣ ਦਿਓ। ਤਾਂ ਇਸ ਭਾਜੀ ਨੇ ਕੀ ਕੀਤਾ, ਇੱਕ ਆਪਦਾ ਜਿਹੜਾ ਰੁਪਿਆ ਗਾ 1 ਰੁਪਿਆ ਜਿਹੜਾ ਹੈਗਾ ਗਾ ਆਪਦਾ ਡੋਨੇਟ ਕੀਤਾ, ਐਂਡ ਕੀ ਬਣ ਗਿਆ ਇਹ? 10। ਚਲੋ ਜੀ, ਕਹਿੰਦਾ ਆਪਾਂ ਸਟੇਬਲ ਹੋ ਗਏ। ਆਪਾਂ ਕੀ ਹੋ ਗਏ? ਸਟੇਬਲ। ਆਹ ਕਹਿੰਦਾ 17, ਕਹਿੰਦਾ ਇਹਨੂੰ B ਕਹਿੰਦਾ A ਨੂੰ, ਕਹਿੰਦਾ ਯਾਰ ਤੇਰੇ ਕੋਲ ਇੱਕ ਵੱਧ ਸੀ ਨਾ, ਤੂੰ ਸਟੇਬਲ ਹੋਣਾ ਸੀ ਨਾ, ਕਹਿੰਦਾ ਮੈਨੂੰ ਵੀ ਸਟੇਬਲ ਹੋਣਾ ਯਾਰ। ਉਹ ਕਹਿੰਦਾ ਤੂੰ ਸਟੇਬਲ ਕਿਵੇਂ ਹੋ ਸਕਦਾ? ਕਹਿੰਦਾ ਮੈਨੂੰ 1 ਰੁਪਏ ਦੀ ਲੋੜ ਆ। ਉਹ ਕਹਿੰਦਾ ਮੈਂ 1 ਰੁਪਿਆ ਯਾਰ ਮੇਰੇ ਕੋਲ ਵਾਧੂ ਆ, ਚੱਲ ਐਂ ਕਰਦਾ ਤੈਨੂੰ ਹੀ ਦੇ ਦਿੰਦਾ ਮੈਂ। ਤਾਂ ਇਹਨੇ ਕੀਤਾ ਜਿਹੜਾ 1 ਰੁਪਿਆ ਸੀਗਾ ਕੀ ਕਰਤਾ? ਇਹਨੂੰ ਦੇਤਾ। 1 ਰੁਪਿਆ ਇਹਨੂੰ ਦੇਤਾ, ਐਂਡ ਇਹ 1 ਰੁਪਿਆ ਲੈ ਕੇ ਕੀ ਬਣ ਗਿਆ ਬੇਟਾ ਜੀ? ਇਹ 18। 18 ਹੋ ਗਿਆ, ਐਂਡ ਇਹਨੇ 1 ਰੁਪਿਆ ਦਾ ਕੱਢ ਕੇ ਕੀ ਬਣ ਗਿਆ? 10 ਹੋ ਗਏ। ਦੋਨੇ ਸਟੇਬਲ, ਦੋਨੇ ਸਟੇਬਲ ਹੋ ਗਏ। ਹੁਣ ਸਟੇਬਲ ਹੋਣ ਵਾਸਤੇ ਕੀ ਕੀਤਾ ਦੋਨਾਂ ਨੇ? ਇਹਨੇ ਕੀ ਕੀਤਾ, ਇੱਕ ਆਪਦਾ ਰੁਪਿਆ ਡੋਨੇਟ ਕਰਤਾ, ਉਹਨੇ 1 ਰੁਪਿਆ ਕੀ ਕਰ ਲਿਆ? ਰਿਸੀਵ ਕਰ ਲਿਆ। ਠੀਕ ਹੈ, ਇਹਨੇ 1 ਰੁਪਿਆ ਡੋਨੇਟ ਕੀਤਾ, ਉਹਨੇ ਕੀ ਕਰ ਲਿਆ? ਗੇਨ ਕਰ ਲਿਆ। ਇਹਨੇ ਡੋਨੇਟ ਕੀਤਾ, ਉਹਨੇ ਕੀ ਕਰ ਲਿਆ? ਗੇਨ ਕਰ ਲਿਆ। ਇਦਾਂ ਹੀ ਕਹਾਣੀ ਚੱਲਦੀ ਹੈ ਐਲੀਮੈਂਟਸ ਦੀ। ਐਲੀਮੈਂਟਸ ਦੇ ਵਿੱਚ ਫੋਰ ਐਗਜ਼ਾਮਪਲ ਜਿਵੇਂ ਸੋਡੀਅਮ ਤੋਂ ਕਲੋਰਾਈਡ ਤੋਂ ਕੋਈ ਬੈਸਟ ਐਗਜ਼ਾਮਪਲ ਹੋ ਨਹੀਂ ਸਕਦੀ ਆਇਨਿਕ ਕੰਪਾਊਂਡਸ ਦੀ ਆਪਾਂ ਗੱਲ ਕਰੀਏ ਤਾਂ ਸੋਡੀਅਮ ਕੋਲੇ 11 ਇਲੈਕਟ੍ਰੋਨ ਹੁੰਦੇ ਆ, ਐਂਡ ਸਟੇਬਲ ਹੋਣ ਵਾਸਤੇ ਇਹਨੂੰ ਕਿੰਨੇ ਚਾਹੀਦੇ ਹੁੰਦੇ? 10। ਤਾਂ ਸੋਡੀਅਮ ਕੀ ਕਰਦਾ ਗਾ? 1 ਇਲੈਕਟ੍ਰੋਨ ਆਪਦਾ ਡੋਨੇਟ ਕਰ ਦਿੰਦਾ ਗਾ। 1 ਇਲੈਕਟ੍ਰੋਨ ਕੀ ਕਰ ਦਿੰਦਾ? ਇਹ ਡੋਨੇਟ ਕਰੂਗਾ। ਠੀਕ ਹੈ, 1 ਇਲੈਕਟ੍ਰੋਨ ਆਪਦਾ ਡੋਨੇਟ ਕਰੂਗਾ, ਐਂਡ ਡੋਨੇਟ ਕਰੂਗਾ ਬੇਟਾ ਜੀ, ਉਸ ਤੋਂ ਬਾਅਦ ਕੀ ਬਣ ਜਾਊਗਾ? ਇਹ Na ਪੋਜ਼ਿਟਿਵ। ਕੀ ਬਣ ਜਾਂਦਾ ਗਾ? Na ਪੋਜ਼ਿਟਿਵ। ਐਂਡ ਕਲੋਰੀਨ ਕੀ ਕਰਦਾ ਹੁੰਦਾ ਬੇਟਾ ਜੀ? ਇਹ ਕੀ ਕਰਦਾ ਹੁੰਦਾ? ਗੇਨ ਕਰਦਾ ਹੁੰਦਾ 1 ਇਲੈਕਟ੍ਰੋਨ। ਇਹਨੇ ਇਹਦੇ ਤੋਂ ਇਲੈਕਟ੍ਰੋਨ ਗੇਨ ਕਰ ਲਿਆ, ਐਂਡ ਗੇਨ ਕਰਕੇ ਕੀ ਬਣ ਜਾਊਗਾ? ਇਹ Cl ਨੈਗੇਟਿਵ। ਹੁਣ ਇਹ ਪੋਜ਼ਿਟਿਵ ਨੈਗੇਟਿਵ ਕਿਉਂ ਲੱਗਿਆ ਬੇਟਾ? ਉਹੀ ਇੱਕ ਜਗ੍ਹਾ ਤੇ ਪ੍ਰੋਟੋਨ ਦੀ ਗਿਣਤੀ ਵੱਧ ਗਈ, ਇੱਕ ਜਗ੍ਹਾ ਤੇ ਕਿਹਦੀ ਵੱਧ ਗਈ? ਇਲੈਕਟ੍ਰੋਨਸ ਦੀ ਗਿਣਤੀ ਵੱਧ ਗਈ। ਜਿੰਨੇ ਵੱਧ ਗਏ ਉਨਾ ਚਾਰਜ ਲਗਾ ਦਿਓ। ਇਲੈਕਟ੍ਰੋਨ ਤੇ ਨੈਗੇਟਿਵ ਚਾਰਜ ਹੁੰਦਾ, ਪ੍ਰੋਟੋਨਸ ਤੇ ਪੋਜ਼ਿਟਿਵ ਚਾਰਜ ਹੁੰਦਾ। ਇਹ ਆਪਾਂ 3rd ਚੈਪਟਰ 'ਚ ਕਰਕੇ ਜਾ ਚੁੱਕੇ ਹਾਂ, ਇਸ ਕਰਕੇ ਇੱਥੇ ਆਪਾਂ ਇਹਨੂੰ ਡਿਸਕਸ ਨਹੀਂ ਕਰਾਂਗੇ। ਤਾਂ ਦੇਖਿਆ ਜਾਵੇ ਤਾਂ ਸਟੇਬਲ ਹੋਣ ਤੋਂ ਬਾਅਦ ਇਹ ਕੀ ਬਣ ਗਏ? ਇੱਕ Na ਪੋਜ਼ਿਟਿਵ ਬਣ ਗਿਆ, ਇੱਕ ਕੀ ਬਣ ਗਿਆ? Cl ਨੈਗੇਟਿਵ ਬਣ ਗਿਆ। ਹੁਣ ਹਮੇਸ਼ਾ ਜਦੋਂ ਦੋ ਆਪੋਜ਼ਿਟ ਚਾਰਜ ਹੋਣ ਤਾਂ ਇਹ ਕੀ ਕਰਦੇ ਬੇਟਾ? ਇੱਕ ਦੂਜੇ ਵੱਲ ਕੀ ਹੁੰਦੇ? ਅਟਰੈਕਟ ਹੋ ਜਾਂਦੇ ਆ। ਇੱਕ ਦੂਜੇ ਵੱਲ ਕੀ ਹੋ ਜਾਂਦੇ ਆ? ਅਟਰੈਕਟ ਹੋ ਜਾਂਦੇ ਆ। ਅਟਰੈਕਟ ਹੋ ਕੇ ਕੀ ਹੁੰਦੇ ਆ? ਕਮੂਲੇਟ ਹੋ ਜਾਂਦੇ ਹੈਗੇ। ਤਾਂ ਜਿਹੜੇ ਇਹ ਕਮੂਲੇਟ ਹੋ ਕੇ ਸੋਡੀਅਮ ਤੇ ਕਲੋਰਾਈਡ ਹੁਣ ਇਕੱਠੇ ਰਹਿ ਰਹੇ ਆ, ਤਾਂ ਬੇਟਾ ਇਸੇ ਤਰ੍ਹਾਂ ਦੇ ਕੰਪਾਊਂਡ ਨੂੰ ਆਪਾਂ ਕੀ ਕਹਿ ਸਕਦੇ ਹਾਂ? ਆਇਨਿਕ ਕੰਪਾਊਂਡ ਕਹਿ ਸਕਦੇ ਹਾਂ। ਜੋ ਇਹਨਾਂ ਦੇ ਵਿਚਾਲੇ ਬੌਂਡਿੰਗ ਆ ਉਹਨੂੰ ਕੀ ਕਹਿ ਸਕਦੇ ਹਾਂ ਆਪਾਂ? ਆਇਨਿਕ ਬੌਂਡ ਕਹਿ ਸਕਦੇ ਹਾਂ ਆਪਾਂ। ਇੱਥੇ ਜਦੋਂ ਇਹਨਾਂ ਦੇ ਵਿਚਾਲੇ ਸੋਡੀਅਮ ਤੇ ਕਲੋਰਾਈਡ ਦੇ ਵਿਚਾਲੇ ਬੌਂਡਿੰਗ ਬਣ ਜੂਗੀ ਤਾਂ ਬੇਟਾ ਇੱਥੇ ਕੀ ਹੋਊਗਾ? ਇੱਕ ਪੋਜ਼ਿਟਿਵ ਦੇ ਨਾਲ ਇੱਕ ਨੈਗੇਟਿਵ ਕੀ ਹੋ ਜਾਊਗਾ? ਰਿਮੂਵ ਹੋ ਜਾਂਦਾ। ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ ਕੀ ਹੋ ਜਾਂਦੇ? ਨਿਊਟਰਲ ਹੋ ਜਾਂਦੇ ਨੇ, ਬੌਂਡ ਬਣਾ ਲਿਆ। ਇਸ ਬੌਂਡਿੰਗ ਨੂੰ ਕੀ ਕਹਿੰਦੇ ਆਪਾਂ? ਆਇਨਿਕ ਬੌਂਡਿੰਗ। ਠੀਕ ਹੈ, ਸੋ ਆਇਨਿਕ ਬੌਂਡ ਹਮੇਸ਼ਾ ਜਦੋਂ ਵੀ ਬਣੂਗਾ ਇਹ ਕੁਛ ਇਸ ਤਰੀਕੇ ਨਾਲ ਬਣੂਗਾ ਕਿ ਇੱਥੇ ਇਲੈਕਟ੍ਰੋਨ ਕੀ ਹੋਊਗਾ? ਮਤਲਬ ਕਿ ਸ਼ੇਅਰਿੰਗ ਹੋ ਨਹੀਂ ਇਲੈਕਟ੍ਰੋਨ ਕੀ ਹੋਊਗਾ? ਟ੍ਰਾਂਸਫਰ ਹੋਊਗਾ। ਤਾਂ ਇੱਥੇ ਕਹਿ ਸਕਦੇ ਬੌਂਡ
formed by transfer of electrons। ਇਲੈਕਟ੍ਰੋਨਸ ਦੇ ਟ੍ਰਾਂਸਫਰ ਕਰਕੇ ਜਿਹੜਾ ਬੌਂਡ ਬਣੂਗਾ ਉਹ ਕੀ ਬਣੂਗਾ, ਆਇਨਿਕ ਬੌਂਡ ਬਣੂਗਾ। ਇੱਥੇ ਸੋਡੀਅਮ ਨੇ ਇਲੈਕਟ੍ਰੋਨ ਟ੍ਰਾਂਸਫਰ ਕੀਤਾ ਕਿਹਦੇ ਕੋਲੇ, ਕਲੋਰੀਨ ਕੋਲੇ, ਫਿਰ ਜਾ ਕੇ ਇੱਥੇ ਬੌਂਡ ਬਣੇਗਾ। ਕੋਵਲੈਂਟ ਦੇ ਵਿੱਚ ਕੀ ਹੋਊਗਾ, ਕੋਵਲੈਂਟ ਬੌਂਡਿੰਗ ਦੇ ਵਿੱਚ ਕੀ ਹੋਊਗਾ ਬੇਟਾ ਜੀ, ਇੱਥੇ ਹੋਊਗੀ ਸ਼ੇਅਰਿੰਗ ਪੇਅਰਿੰਗ। ਇੱਥੇ ਕੀ ਹੋਊਗੀ, ਸ਼ੇਅਰਿੰਗ ਪੇਅਰਿੰਗ ਹੋਊਗੀ ਇਲੈਕਟ੍ਰੋਨਸ ਦੀ। ਹੁਣ ਇਹਦੇ ਵਿੱਚ ਫਿਰ ਇੱਕ A ਹੈਗਾ, ਇੱਕ B ਹੈਗਾ। ਇਹ ਕਹਿੰਦਾ ਮੈਂ ਵੱਡਾ ਬਿਜ਼ਨਸਮੈਨ ਬਣਨਾ, ਇਹ ਵੀ ਕਹਿੰਦਾ ਆਪਾਂ ਕੋਈ ਬਿਜ਼ਨਸਮੈਨ ਬਣਨਾ। ਜਿਹੜਾ ਬਿਜ਼ਨਸ ਇਹਨੇ ਸੋਚਿਆ ਸੀ ਉਹੀ ਬਿਜ਼ਨਸ ਇਹ ਬੰਦਾ ਸੋਚੀ ਬੈਠਾ ਗਾ, ਪਰ ਇਹਦੇ ਕੋਲ ਇਹਨਾਂ ਪੈਸਾ ਨਹੀਂ ਹੈਗਾ। ਮੰਨ ਕੇ ਚੱਲੋ ਇਸ ਬੰਦੇ ਨੇ ਬਿਜ਼ਨਸ ਚਲਾਉਣਾ ਐਂਡ ਕੋਈ ਵੀ XYZ ਜੋ ਵੀ ਬਿਜ਼ਨਸ ਹੈਗਾ ਗਾ, ਠੀਕ ਹੈ, ਉਸ ਦੇ ਲਈ ਇਨਵੈਸਟਮੈਂਟ ਚਾਹੀਦਾ 1 ਕਰੋੜ ਦੀ। ਠੀਕ ਹੈ, ਉਸ ਬਿਜ਼ਨਸ ਦੀ ਜਿਹੜੀ ਇਨਵੈਸਟਮੈਂਟ ਹੈਗੀ ਕਿੰਨੀ ਹੈਗੀ, 1 ਕਰੋੜ। ਇਹ ਭਾਈ ਸਾਹਿਬ ਕਹਿੰਦੇ ਆਪਣੇ ਕੋਲ ਤਾਂ 60 ਲੱਖ ਹੀ ਆ, 60 ਲੱਖ ਰੁਪਏ ਆਪਣੇ ਕੋਲ ਤਾਂ, ਪਰ ਬਿਜ਼ਨਸ ਨੂੰ ਘੱਟੋ ਘੱਟ ਚਲਾਉਣ ਲਈ ਕਿੰਨਾ ਚਾਹੀਦਾ, 1 ਕਰੋੜ ਰੁਪਇਆ ਚਾਹੀਦਾ ਆਪਾਂ ਨੂੰ। ਇਹ ਕਹਿੰਦੇ ਜੀ 60 ਲੱਖ ਮੇਰੇ ਕੋਲ ਹੈਗੇ ਆ। ਠੀਕ ਹੈ, ਹੁਣ ਇਹ ਕਹਿੰਦਾ ਜਾਂ ਤਾਂ 40 ਲੱਖ ਮੈਨੂੰ ਕੋਈ ਡੋਨੇਟ ਕਰ ਜੇ, ਐਂਡ ਕਿਸੇ ਦਾ ਇੰਨਾ ਕੋਈ ਦਿਮਾਗ ਖਰਾਬ ਨਹੀਂ ਹੁੰਦਾ 40 ਲੱਖ ਇਹਨੂੰ ਡੋਨੇਟ ਕਰਕੇ ਜਾਊਗਾ। ਸਮਝਦੇ ਹੋ ਤੁਸੀਂ ਸਾਰੇ, 40 ਲੱਖ ਤਾਂ ਸਹੀ, 40 ਰੁਪਏ ਨਹੀਂ ਕਿਸੇ ਨੂੰ ਕੋਈ ਡੋਨੇਟ ਕਰਕੇ ਜਾਂਦਾ, ਹਨਾ। ਪੀਰੀਓਡਿਕ ਟੇਬਲ ਨਹੀਂ ਲੈਤਾ ਜਾਂਦਾ ਕਿਸੇ ਤੋਂ 100 ਰੁਪਈਆਂ ਦਾ, 40 ਲੱਖ ਤਾਂ ਬਹੁਤ ਵੱਡੀ ਗੱਲ ਆ, ਤੁਹਾਡੇ ਦੀ ਕਹਿ ਰਿਹਾ। ਐਂਡ B ਕਹਿੰਦਾ 40 ਕੁ ਲੱਖ ਤਾਂ ਕਹਿੰਦਾ ਮੇਰੇ ਕੋਲ ਵੀ ਹੈਗਾ, ਕਹਿੰਦਾ ਬਿਜ਼ਨਸ ਮੈਂ ਵੀ ਕਰਨਾ ਚਾਹੁੰਦਾ ਗਾ, ਪਰ ਕਹਿੰਦਾ ਮੇਰੇ ਕੋਲ ਪੈਸੇ ਪੂਰੇ ਨਹੀਂ ਹੈਗੇ। ਠੀਕ ਹੈ, ਉਹ ਪੈਸੇ ਪੂਰੇ ਨਹੀਂ ਹੈਗੇ ਤਾਂ ਬੇਟਾ ਇਹ ਕਹਿੰਦਾ ਚਲੋ ਮੈਂ ਇੱਕ ਵਾਰ ਦੱਸ ਦਿੰਦਾ ਬਈ ਤੈਨੂੰ ਕਰੋੜ ਰੁਪਏ ਦਾ ਬਿਜ਼ਨਸ ਚਲਾਉਣਾ ਨਾ, 40 ਲੱਖ ਮੇਰੇ ਕੋਲ ਹੈਗਾ। ਕਹਿੰਦਾ ਐਂ ਕਰਦੇ ਆ, ਇਹ ਜਿਹੜਾ ਬਿਜ਼ਨਸ ਚਲਾਉਣਾ ਆਪਾਂ ਦੋਨੇ ਇਕੱਠੇ ਰਲ ਕੇ ਚਲਾ ਲੈਂਦੇ ਆਪਾਂ, ਦੋਨੇ ਇਕੱਠੇ ਰਲ ਕੇ ਚਲਾ ਲੈਂਦੇ, ਤੂੰ ਵੀ ਸਟੇਬਲ ਮੈਂ ਵੀ ਸਟੇਬਲ। 40 ਲੱਖ ਤੋਂ ਬਿਨਾਂ ਤੂੰ ਅਨਸਟੇਬਲ ਆ ਤੇ 60 ਲੱਖ ਤੋਂ ਬਿਨਾਂ ਮੈਂ ਅਨਸਟੇਬਲ ਆ, ਆਪਾਂ ਕਿਉਂ ਨਾ ਰਲ ਕੇ ਚਲਾ ਲਈਏ ਬਿਜ਼ਨਸ ਨੂੰ। ਤਾਂ ਇਹਨੇ ਕੀ ਕੀਤਾ, ਕਹਿੰਦੇ ਠੀਕ ਆ, ਇਹ ਕਹਿੰਦਾ ਮੇਰੇ 60 ਲੱਖ ਪਲੱਸ ਤੇਰੇ 40 ਲੱਖ, ਤੇਰੇ 60 ਲੱਖ ਪਲੱਸ ਮੇਰੇ 60 ਲੱਖ ਪਲੱਸ ਤੇਰੇ 40 ਲੱਖ ਬਣ ਗਿਆ ਕਰੋੜ। ਇਹ ਕਹਿੰਦਾ ਮੇਰੇ 40 ਲੱਖ ਪਲੱਸ ਤੇਰੇ 60 ਲੱਖ ਬਣ ਗਿਆ ਕਰੋੜ। ਚੱਲ ਪਊ ਬਿਜ਼ਨਸ। ਤਾਂ ਬਿਜ਼ਨਸ ਜਦੋਂ ਚੱਲੂਗਾ ਬੇਟਾ ਜੀ ਦੋਨਾਂ ਦੀ ਅਹਿਮੀਅਤ ਸੇਮ ਹੋਊਗੀ। ਹੁਣ ਮੈਂ ਇਹ ਨਹੀਂ ਕਹਿ ਸਕਦਾ ਇਹਨੇ 60 ਲੱਖ ਡੋਨੇਟ ਕਰਤੇ ਜਾਂ ਇਹਨੇ 40 ਲੱਖ ਡੋਨੇਟ ਕਰਤੇ ਜਾਂ ਉਹਨੇ 40 ਲੱਖ ਰਿਸੀਵ ਕਰ ਲਏ ਉਹਨੇ 60 ਲੱਖ ਰਿਸੀਵ ਕਰ ਲਏ, ਇਦਾਂ ਦਾ ਕੁਝ ਨਹੀਂ। ਇੱਥੇ ਹੁਣ ਟ੍ਰਾਂਸਫਰ ਨਹੀਂ ਹੋਇਆ, ਇੱਥੇ ਕੀ ਹੋਇਆ, ਸ਼ੇਅਰਿੰਗ ਹੋਈ ਆ। ਇੱਥੇ ਕੀ ਹੋਈ ਆ, ਸ਼ੇਅਰਿੰਗ ਹੋਈ ਆ। ਇਦਾਂ ਹੀ ਤੁਹਾਨੂੰ ਮੈਂ ਦੱਸਦਾ ਇੱਕ ਚੀਜ਼, ਇੱਥੇ ਕਾਰਬਨ ਸਾਹਿਬ ਇਹ ਕਹਿੰਦੇ ਆਪਣੀ ਵੈਲੈਂਸੀ ਹੈਗੀ ਆ 4, 1 2 3 4, ਕਾਰਬਨ ਦੀ ਵੈਲੈਂਸੀ ਹੈਗੀ ਆ 4। ਕਾਰਬਨ ਕਹਿੰਦਾ ਕੁਝ ਇਹੋ ਜਿਹਾ ਕੀਤਾ ਜਾਵੇ ਕਿ ਮੈਨੂੰ ਇਲੈਕਟ੍ਰੋਨ ਡੋਨੇਟ ਵੀ ਨਾ ਕਰਨੇ ਪੈਣ ਤੇ ਮੈਂ ਸਟੇਬਲ ਵੀ ਹੋ ਜਾ, ਮੈਨੂੰ ਇਲੈਕਟ੍ਰੋਨ ਡੋਨੇਟ ਵੀ ਨਾ ਕਰਨੇ ਪੈਣ, ਸਟੇਬਲ ਹੋ ਜਾ। ਜੇ ਕੋਈ ਕਹਿੰਦਾ ਦੇ ਕੇ ਜਾਂਦਾ ਉਹ ਮਰਜ਼ੀ ਆ, ਉਹ ਆਪਾਂ ਰੱਖ ਲਾਂਗੇ, ਪਰ ਆਪਾਂ ਕਿਸੇ ਨੂੰ ਇਲੈਕਟ੍ਰੋਨ ਦੇ ਨਹੀਂ ਸਕਦੇ। ਫਿਰ ਇੰਨਾ ਤਾਂ ਕੋਈ ਸਿਆਣਾ ਕੋਈ ਇੰਨਾ ਤਾਂ ਕੋਈ ਪਾਗਲ ਕੋਈ ਵੀ ਨਹੀਂ ਹੋਊਗਾ ਜਿੰਨਾ ਆਪਦੇ ਆਪ ਨੂੰ ਕਾਰਬਨ ਸਿਆਣਾ ਸਮਝਦਾ ਗਾ। ਆਕਸੀਜਨ ਆਇਆ, ਆਕਸੀਜਨ ਆਇਆ, ਆਕਸੀਜਨ ਕਹਿੰਦਾ ਕਾਰਬਨ ਸਾਹਿਬ ਮੇਰੇ ਨੂੰ 2 ਇਲੈਕਟ੍ਰੋਨਸ ਦੀ ਜ਼ਰੂਰਤ ਹੈ, ਕੀ ਤੁਸੀਂ ਮੈਨੂੰ ਆਪਦੇ 2 ਇਲੈਕਟ੍ਰੋਨ ਦੇ ਦੋਗੇ। ਕਾਰਬਨ ਕਹਿੰਦਾ ਮੈਨੂੰ ਖੁਦ ਨੂੰ 4 ਦੀ ਲੋੜ ਆ, ਕਹਿੰਦਾ ਤੂੰ ਆਪਦੇ 2 ਦੇ ਜਾਏਗਾ। ਉਹ ਕਹਿੰਦਾ ਨਾ ਯਾਰ 2 ਇਲੈਕਟ੍ਰੋਨ ਤਾਂ ਨਹੀਂ ਮੈਂ ਦੇ ਕੇ ਜਾ ਸਕਦਾ। ਠੀਕ ਹੈ, ਵੀ ਇਹ ਹੋ ਸਕਦਾ ਸ਼ੇਅਰ ਕਰ ਸਕਦੇ ਆਪਾਂ ਆਪਦੇ ਆਪ ਨੂੰ, ਮੈਂ ਤੇਰੇ 2 ਇਲੈਕਟ੍ਰੋਨ ਸ਼ੇਅਰ ਕਰ ਲਾਂ, ਤੂੰ ਮੇਰੇ 2 ਇਲੈਕਟ੍ਰੋਨ ਸ਼ੇਅਰ ਕਰ ਲਾ। ਕਾਰਬਨ ਨੇ ਸੋਚਿਆ ਮੇਰੇ ਕੋਲੇ 4, ਅਗਰ ਮੈਂ ਇਹਦੇ 2 ਇਲੈਕਟ੍ਰੋਨ ਸ਼ੇਅਰ ਵੀ ਕਰੂੰਗਾ, ਮੰਨ ਲਓ ਇਹਦੇ ਮੈਂ 2 ਇਲੈਕਟ੍ਰੋਨ ਸ਼ੇਅਰ ਵੀ ਕਰੂੰਗਾ, ਆਪਣਾ ਤਾਂ ਪੜਤਾ ਨਹੀਂ ਪੈਂਦਾ ਪਿਆ। ਕਾਰਬਨ ਨੇ ਇਹਨੂੰ ਕਿਹਾ, ਕਹਿੰਦਾ ਇੱਕ ਸ਼ਰਤ ਤੇ ਮੈਂ ਸ਼ੇਅਰ ਕਰ ਸਕਦਾ, ਤੈਨੂੰ 2 ਦੀ ਲੋੜ ਆ ਨਾ, ਕਹਿੰਦਾ ਜੇ ਤੂੰ 2 ਮੇਰੇ ਨਾਲ ਸ਼ੇਅਰ ਕਰ ਲੇਗਾ ਨਾ ਤਾਂ ਮੇਰੇ ਕੋਲ 2 ਵਾਧੂ ਪਏ ਆ, ਤਾਂ ਜੇ ਤੂੰ 2 ਸ਼ੇਅਰ ਵੀ ਕਰ ਲੇਗਾ ਮੇਰੀ ਤਾਂ ਕਹਾਣੀ ਉੱਥੇ ਦੀ ਉੱਥੇ ਹੀ ਖੜੀ ਹੈ। ਕਹਿੰਦਾ ਜਾਂ ਤਾਂ 2 ਹੋ ਇੱਕ ਬੰਦਾ ਹੋਰ ਲੈ ਤੇਰੇ ਵਰਗਾ 2 ਇਲੈਕਟ੍ਰੋਨ ਉਹ ਸ਼ੇਅਰ ਕਰ ਲਓ ਤੇ ਮੈਂ ਸ਼ੇਅਰ ਕਰ ਲੂੰਗਾ। ਕਹਿੰਦਾ ਅੱਛਾ ਜੀ। ਆਕਸੀਜਨ ਕੋਲੇ ਕਿੰਨੇ ਹੁੰਦੇ ਆ, 6 ਹੁੰਦੇ ਆ ਨਾ, 1 2 3 4 5 6 ਐਂਡ ਕਾਰਬਨ ਕੋਲੇ ਕਿੰਨੇ ਹੁੰਦੇ ਆ, ਕਿੰਨੇ ਹੁੰਦੇ ਆ, ਬੋਲੋ ਯਾਰ ਡਰ ਕਿਉਂ ਰਹੇ ਹੋ। ਕਾਰਬਨ ਕੋਲੇ 4 ਹੁੰਦੇ ਆ ਨਾ ਆਪਦੇ ਕੋਲ, ਕਾਰਬਨ ਕੋਲ ਕਿੰਨੇ ਹੁੰਦੇ ਆ 6, ਤੇ ਕਾਰਬਨ ਨੂੰ ਕਿੰਨੇ ਦੀ ਲੋੜ ਆ, ਬੋਲੋ ਬੇਟਾ ਕਾਰਬਨ ਨੂੰ ਕਿੰਨੇ ਦੀ ਲੋੜ ਆ, 4 ਦੀ ਲੋੜ, ਤੇ ਆਕਸੀਜਨ ਨੂੰ ਕਿੰਨੇ ਦੀ ਲੋੜ ਆ, 2 ਦੀ ਲੋੜ। ਇੱਥੇ ਆਕਸੀਜਨ ਇੱਕ ਹੋਰ ਆਊਗਾ, ਆਕਸੀਜਨ ਆਲਾ ਕਹਿੰਦਾ ਲੈ ਮੈਂ ਇੱਕ ਆਕਸੀਜਨ ਹੋਰ ਲਿਆ,
ਇਹਦੇ ਕੋਲ ਵੀ ਕਿੰਨੇ ਹੋਣਗੇ 6 1 2 3 4 5 6 ਠੀਕ ਹੈ। ਹੁਣ ਸੁਣੋ ਧਿਆਨ ਨਾਲ, ਇਹ ਕਾਰਬਨ ਕਹਿੰਦਾ ਜੀ ਇਤਨਾ ਕਰੋ, ਕਹਿੰਦਾ ਆਕਸੀਜਨ ਤੁਹਾਨੂੰ 2 ਦੀ ਲੋੜ ਸੀ ਕਰ ਲਓ ਪੂਰੇ। ਆ ਦੇਖੋ 6 ਆਕਸੀਜਨ ਨੇ ਆ ਕਰੇ 2 ਸ਼ੇਅਰ, ਆਕਸੀਜਨ ਨਾਲ 2 ਸ਼ੇਅਰ ਕਰ ਲਏ, ਆਕਸੀਜਨ ਦੇ ਕਿੰਨੇ ਹੋ ਗਏ 8 ਹੋ ਗਏ ਪੂਰੇ, ਆਕਸੀਜਨ ਦੇ 8 ਪੂਰੇ ਹੋ ਗਏ। ਇਦੋਂ ਹੀ ਇਸ ਆਕਸੀਜਨ ਦੇ ਦੇਖੋ ਕਿੰਨੇ 6 ਤੇ 2 ਇਧਰੋਂ ਸ਼ੇਅਰ ਕਰੂਗਾ, ਕਿੰਨੇ ਹੋ ਗਏ 8 ਹੋ ਗਏ, ਇਧਰੋਂ 8 ਹੋ ਗਏ ਜੀ। ਲਓ ਜੀ ਦੋਨੇ ਆਕਸੀਜਨਾਂ ਸਟੇਬਲ, ਦੋਨੇ ਆਕਸੀਜਨਾਂ ਸਟੇਬਲ, ਇੱਕ ਪਾਰਟੀ ਸਟੇਬਲ। ਕਾਰਬਨ ਕਹਿੰਦਾ ਹੁਣ ਮੇਰੀ ਵਾਰੀ, ਕਹਿੰਦਾ ਮੇਰੇ ਕੋਲ 4 ਸੀ ਤੇ 4 ਮੈਂ ਤੁਹਾਡੇ ਤੋਂ ਲੈਣੇ, 2 ਇਹਦੇ ਤੋਂ 2 ਇਹਦੇ ਤੋਂ, ਤਾਂ ਕਾਰਬਨ ਦੇਖੋ ਕੀ ਕਰੂਗਾ ਹੁਣ, ਆ ਚੱਲਿਆ ਕਾਰਬਨ, 2 ਕਾਰਬਨ ਦੇ ਆਪਦੇ ਤੇ 2 ਇਹਦੇ 4 ਤੇ ਇਧਰ 2 ਹੋਰ ਕਾਰਬਨ ਦੇ ਆਪਦੇ 6 ਤੇ ਆ ਬਣ ਗਏ 2 8। ਕੀ ਹੋਇਆ, ਸ਼ੇਅਰਿੰਗ ਹੋਈ ਨਾ। ਸ਼ੇਅਰਿੰਗ ਹੋਣ ਤੋਂ ਬਾਅਦ ਕੀ ਹੋਇਆ ਦੇਖੋ, ਕਾਰਬਨ ਇੱਧਰ ਡਬਲ ਬੌਂਡ ਬਣਾ ਲਿਆ ਆਕਸੀਜਨ ਦੇ ਨਾਲ, ਇੱਧਰ ਡਬਲ ਬੌਂਡ ਬਣਾ ਲਿਆ ਆਕਸੀਜਨ ਦੇ ਨਾਲ, ਆ ਕੰਪਾਊਂਡ ਤੁਸੀਂ ਸੁਣਿਆ ਲੱਗਦਾ ਹੋਊਗਾ ਕਾਰਬਨ ਡਾਈਆਕਸਾਈਡ। ਹੁਣ ਇਹ ਕਾਰਬਨ ਡਾਈਆਕਸਾਈਡ ਕੀ ਆ, ਆਇਨਿਕ ਕੰਪਾਊਂਡ ਹੋਇਆ, ਕੋਵੈਲੈਂਟ ਕੰਪਾਊਂਡ ਹੋਇਆ, ਕੋਵੈਲੈਂਟ ਕੰਪਾਊਂਡ। ਕਿਹੜਾ ਕੰਪਾਊਂਡ, ਸੋ ਕੋਵੈਲੈਂਟ ਕੰਪਾਊਂਡ ਹਮੇਸ਼ਾ ਕਿਵੇਂ ਬਣਨਗੇ, ਇਲੈਕਟ੍ਰੋਨਸ ਦੀ ਸ਼ੇਅਰਿੰਗ ਪੇਅਰਿੰਗ ਦੇ ਨਾਲ ਬਣਨਗੇ। ਸ਼ੇਅਰਿੰਗ ਵੀ ਹੋਊਗੀ ਤੇ ਪੇਅਰਿੰਗ ਵੀ ਹੋਊਗੀ, ਸ਼ੇਅਰ ਇਹਨੇ ਵੀ ਕੀਤੇ ਆਪਦੇ, ਇਹਨੇ ਵੀ ਕੀਤੇ, ਐਂਡ ਨਾਲ ਬਣਾ ਲਏ ਆਪਦੇ ਇੱਕ ਇੱਕ ਇਲੈਕਟ੍ਰੋਨ ਦਾ ਪੇਅਰ, ਉਹਦੇ ਇਲੈਕਟ੍ਰੋਨ ਤੇ ਇਹਦੇ ਇਲੈਕਟ੍ਰੋਨ ਦਾ ਇੱਕ ਬਣ ਜਾਊਗਾ ਇੱਕ ਬੌਂਡ, ਇਹਦੇ ਇਲੈਕਟ੍ਰੋਨ ਤੇ ਇਹਦੇ ਇਲੈਕਟ੍ਰੋਨ ਦਾ ਬਣ ਜਾਊਗਾ ਇੱਕ ਬੌਂਡ, ਐਂਡ ਕੀ ਬਣ ਜਾਊਗਾ ਇੱਕ ਬੌਂਡ, ਕਿਹੜਾ ਬੌਂਡ, ਕੋਵੈਲੈਂਟ ਬੌਂਡ। ਸੋ ਕਾਰਬਨ ਹਮੇਸ਼ਾ ਜਦੋਂ ਵੀ ਬਣਾਊਗਾ ਬੇਟਾ ਜੀ ਹਮੇਸ਼ਾ ਕੋਵੈਲੈਂਟ ਬੌਂਡ ਬਣਾਊਗਾ, ਕਦੇ ਵੀ ਕਾਰਬਨ ਆਇਨਿਕ ਬੌਂਡ ਨਹੀਂ ਬਣਾਉਂਦਾਗਾ। ਅੱਗੇ ਆਊਗਾ ਉਸ ਚੀਜ਼ ਬਾਰੇ, ਪਰ ਇਹ ਜਿਹੜਾ ਹੈਡਿੰਗ ਦਿੱਤਾ ਹੈ ਕਹਿੰਦੇ ਕਾਰਬਨ ਆਲਵੇਸ ਕਿਹੜੇ ਬੌਂਡ ਬਣਾਉਂਦਾਗਾ, ਕੋਵੈਲੈਂਟ ਬੌਂਡ। ਇੱਥੇ ਇਹੀ ਚੀਜ਼ ਆ, ਆਇਨਿਕ ਬੌਂਡ ਦਾ ਇੱਥੇ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ ਕਾਰਬਨ ਦੇ ਨਾਲ, ਕਾਰਬਨ ਦਾ ਕਿਤੇ ਵੀ ਜਿਹੜਾ ਹੈਗਾ ਆਇਨਿਕ ਬੌਂਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਇਸ ਕਰਕੇ ਕਾਰਬਨ ਹਮੇਸ਼ਾ ਕਿਹੜਾ ਬੌਂਡ ਬਣਾਊਗਾ, ਕੋਵੈਲੈਂਟ ਬੌਂਡ ਬਣਾਊਗਾ। ਠੀਕ ਹੈ, ਐਂਡ ਕੋਵੈਲੈਂਟ ਬੌਂਡ ਕਿਵੇਂ ਬਣਾਊਗਾ, ਕੋਵੈਲੈਂਟ ਕਿਵੇਂ ਬਣਾਊਗਾ, ਬਾय शेयरिंग पेयरिंग ऑफ इलेक्ट्रॉन्स। फॉर एग्जांपल कार्बन डाइऑक्साइड लगा लो, CH4 मीथेन लगा लो, ठीक है, एटसेट्रा बहुत सारे है, अगे जाके आप बहुत सारे पढ़ने अगे जाके आप क्लीयर। अगला कहते कार्बन की हुंदा जी, कार्बन की हुंदागा टेट्रावेलेंट, कार्बन की हुंदागा टेट्रावेलेंट। ठीक है, कार्बन अगर टेट्रावेलेंट आ तो ये बारे आप गल करते हैं, कार्बन अगर टेट्रावेलेंट हुंदा तो ये बारे गल करते हैं। सब तो पहला मैं दोबारा तो समझाना इस चीज में, कार्बन एक एलीमेंट आ, एंड एलीमेंट होने दे नाल नाल एक ही एक नॉन मैटल, ठीक है, की है नॉन मैटल। नॉन मैटल दे हुंदे 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 ਇਹਦਾ ਐਟੋਮਿਕ ਨੰਬਰ ਵੀ ਜਾਣ ਲਈਏ, ਐਟੋਮਿਕ ਨੰਬਰ ਕੀ ਹੁੰਦਾ ਕਾਰਬਨ ਦਾ 6 ਹੁੰਦਾਗਾ, 6 ਹੁੰਦਾਗਾ, ਠੀਕ ਹੈ ਜੀ, ਵੈਰੀ ਗੁੱਡ। 6 ਹੁੰਦਾ, ਦੈਨ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਵੀ ਦੱਸ ਦਿਓ ਮੈਨੂੰ ਕੀ ਹੁੰਦੀ ਆ। ਚਲਦੀ ਕਲਾਸ ਦੇ ਵਿੱਚ ਬੇਟਾ ਜੀ ਕੁਝ ਵੀ ਹੋ ਸਕਦਾ, ਇਹ ਚੀਜ਼ ਧਿਆਨ ਰੱਖਿਓ। ਕਨਫੀਗਰੇਸ਼ਨ ਦੀ ਸਪੈਲਿੰਗ ਕਹਿੰਦੇ ਆ, ਹਾਂ ਕਨਫੀਗਰੇਸ਼ਨ, ठीक है। इलेक्ट्रॉनिक कन्फिगरेशन की हो चुकी बेटा जी दी 2 4, एंड रूल ਦੇ ਅਕੋਰਡਿੰਗ ਅਗਰ ਇਹਨੇ ਸਟੇਬਲ ਹੋਣਾ ਤਾਂ ਲਾਸਟ ਵਾਲੇ ਸਬ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੋਣੇ ਚਾਹੀਦੇ ਹੈਗੇ, ਹੈ 8 ਨਹੀਂ ਹੋਣੇ ਚਾਹੀਦੇ ਹੁੰਦੇ, ਲਾਸਟ ਵਾਲੇ ਚ ਕਿੰਨੇ ਹੋਣੇ ਚਾਹੀਦੇ, ਮੈਕਸਿਮਮ 8 ਹੋਣੇ ਚਾਹੀਦੇ ਆ, ਕਿੰਨੇ ਘੱਟ ਹੈ ਇਹਦੇ ਕੋਲੇ 4, 4 ਦੀ ਲੋੜ ਆ। ਸੋ ਅਗਰ 4 ਦੀ ਲੋੜ ਆ ਤਾਂ ਇਹਦੀ ਵੈਲੈਂਸੀ ਕਿੰਨੀ ਹੋਗੀ, ਵੈਲੈਂਸੀ ਕਿੰਨੀ ਹੋਗੀ ਕਾਰਬਨ ਦੀ 4 ਹੋਗੀ। ਇਹਦਾ ਮਤਲਬ ਕਾਰਬਨ ਹੁਣ 4 ਇਲੈਕਟ੍ਰੋਨ ਸ਼ੇਅਰ ਕਰਕੇ ਕੋਈ ਕੰਪਾਊਂਡ ਬਣਾ ਸਕਦਾ ਹੈਗਾ, 4 ਇਲੈਕਟ੍ਰੋਨਸ ਦੇ मतलब कि शेयर ਦੇ ਨਾਲ ਕੋਈ ਕੰਪਾਊਂਡ ਬਣਾ ਸਕਦਾ ਹੈਗਾ, ਤਾਂ ਇਹਦਾ ਮਤਲਬ ਕਾਰਬਨ ਦੀ ਵੈਲੈਂਸੀ ਕਿੰਨੀ ਹੋਈ 4, ਐਂਡ ਕਿੰਨੇ ਜਣਾਂ ਨਾਲ ਬੌਂਡ ਬਣਾ ਸਕਦਾ ਹੋਰ ਉਹ 4 ਜਣਾਂ ਨਾਲ ਬੌਂਡ ਬਣਾ ਸਕਦਾ, 4 ਬੌਂਡ ਬਣਾ ਸਕਦਾਗਾ, दैट इज वाई ਕਾਰਬਨ ਕੀ ਇੱਕ ਟੈਟਰਾਵੈਲੈਂਟ ਕੰਪਾਊਂਡ। ਠੀਕ ਹੈ, ਅੱਗੇ ਜਿਹੜਾ ਆਪਾਂ ਆਰਗੈਨਿਕ ਕੈਮਿਸਟਰੀ ਪੜਾਂਗੇ ਨਾ, ਉਸ ਆਰਗੈਨਿਕ ਕੈਮਿਸਟਰੀ ਦੇ ਵਿੱਚ ਇੱਕੋ ਹੀ ਚੀਜ਼ ਬੜੀ ਆਪਣੀ ਮਤਲਬ ਕਾਮਨ ਚੱਲਣੀ ਆ ਕਿ ਕਾਰਬਨ ਹਮੇਸ਼ਾ ਆਪਦੇ 4 ਬੌਂਡ ਪੂਰੇ ਕਰਿਆ ਕਰੂਗਾ, ਕਾਰਬਨ ਹਮੇਸ਼ਾ ਆਪਦੇ 4 ਬੌਂਡ ਪੂਰੇ ਕਰਿਆ ਕਰੂਗਾ। ਸੋ ਇੱਥੇ ਥੋੜਾ ਜਿਹਾ ਬੇਸਿਕ ਇਹ ਚੀਜ਼ ਸੁਣ ਲਓ ਸਾਰੇ ਬੱਚੇ, ਇੱਥੇ ਬੇਸਿਕ ਇਹ ਚੀਜ਼ ਸੁਣ ਲਓ, ਅਗਰ ਕਾਰਬਨ ਇੱਕ ਮੇਰੇ ਕੋਲ ਕੀ ਹੈ ਐਲੀਮੈਂਟ ਆ, ਕਾਰਬਨ ਮੇਰੇ ਕੋਲ ਅਗਰ ਇੱਕ ਐਲੀਮੈਂਟ ਆ ਸੀਗਾ,
थोड़ा जिहा ਆਪਾਂ ਉਹ ਕਰ ਲਈਏ ਕਾਰਬਨ ਅਗਰ ਮੇਰੇ ਕੋਲ ਇੱਕ ਐਲੀਮੈਂਟ ਆ ਬੇਟਾ ਕਾਰਬਨ ਦੇ ਨਾਲ ਮੈਕਸਿਮਮ ਕਿੰਨੇ ਬੌਂਡ ਬਣ ਸਕਦੇ ਆ 4 ਬੌਂਡ ਬਣ ਸਕਦੇ ਆ ਅਗਰ ਕਦੇ ਵੀ ਕਾਰਬਨ ਦੇ ਨਾਲ ਐ 4 ਡੰਡੇ ਲਿਖੇ ਹੋਣ ਲੱਗੇ ਹੋਣ ਨਾ ਤਾਂ ਇਹਦਾ ਮਤਲਬ ਪਤਾ ਕੀ ਕਾਰਬਨ ਦੇ ਨਾਲ ਕੀ ਲੱਗੇ ਹੋਇਆ 4 ਹਾਈਡਰੋਜਨ ਲੱਗੇ ਹੋਏ ਅਗਰ ਕਾਰਬਨ ਦੇ ਨਾਲ ਕਦੇ ਵੀ ਇਦਾਂ ਡੰਡੇ ਲਾ ਕੇ ਛੱਡੋ ਨੇ ਇਹਦਾ ਮਤਲਬ ਕੀ ਹੈ ਕਾਰਬਨ ਦੇ ਨਾਲ 4 ਹਾਈਡਰੋਜਨ ਲੱਗੇ ਹੋਏ ਆ ਤਿੰਨ ਡੰਡੇ ਲੱਗੇ ਇਹਦਾ ਮਤਲਬ ਤਿੰਨ ਹਾਈਡਰੋਜਨ ਲੱਗੇ ਅਗਰ ਦੋ ਡੰਡੇ ਲੱਗੇ ਤਾਂ ਮਤਲਬ ਦੋ ਹਾਈਡਰੋਜਨ ਲੱਗੇ ਹੋਏ ਇੱਕ ਡੰਡਾ ਲੱਗਿਆ ਮਤਲਬ ਕਿ ਇੱਕ ਹਾਈਡਰੋਜਨ ਅਗਰ ਕੁਝ ਨਹੀਂ ਲੱਗਿਆ ਤਾਂ ਕੋਈ ਹਾਈਡਰੋਜਨ ਨਹੀਂ ਲੱਗਿਆ ਤਾਂ ਕਾਰਬਨ ਦੇ ਨਾਲ ਤੁਸੀਂ ਹਮੇਸ਼ਾ ਆਰਗੈਨਿਕ ਕੰਪਾਊਂਡ ਦੇ ਵਿੱਚ ਦੇਖੋਗੇ ਕਿ ਜ਼ਿਆਦਾਤਰ ਤੁਹਾਨੂੰ ਕੀ ਦੇਖਣ ਨੂੰ ਮਿਲੂਗਾ ਹਾਈਡਰੋਜਨ ਇਹਨੂੰ ਅਗਰ ਦੇਖਿਆ ਜਾਵੇ ਬੇਟਾ ਜੀ ਮੇਰੇ ਕੋਲ ਇੱਕ ਕਾਰਬਨ ਦੇ ਨਾਲ ਕਿੰਨੇ ਹਾਈਡਰੋਜਨ ਆ ਗਏ 4 ਆ ਗਏ ਇਸ ਦਾ ਨਾਮ ਵੀ ਹੁਣ ਯਾਦ ਕਰ ਹੀ ਲਓ ਜਦੋਂ ਇੱਕ ਕਾਰਬਨ ਦੇ ਨਾਲ 4 ਹਾਈਡਰੋਜਨ ਲੱਗ ਜਾਣ ਤੇ ਇਹ ਇੱਕ ਗੈਸ ਹੈ ਕਿਹੜੀ ਗੈਸ ਆ ਮੀਥੇਨ ਗੈਸ ਕਿਹੜੀ ਗੈਸ ਤਾਂ ਲਿਖ ਵੀ ਲਓ ਅੱਗੇ ਜਾ ਕੇ ਇਸ ਗੈਸ ਨੇ ਆਪਣਾ ਬਹੁਤ ਉਹਨੇ ਮਤਲਬ ਕਿ ਭੂਤਨੀ ਭੁਲਾਉਣੀ ਇਸ ਗੈਸ ਨੇ ਆਪਣੀ ਅੱਗੇ ਜਾ ਕੇ ਬਹੁਤ ਵਾਰ ਨਾਮ ਆਊਗਾ ਇਸ ਗੈਸ ਦਾ ਓਕੇ ਤਾਂ ਨੈਕਸਟ ਪ੍ਰੋਪਰਟੀ ਤੇ ਚੱਲਦੇ ਹਾਂ ਸਭ ਤੋਂ ਇੰਪੋਰਟੈਂਟ ਪ੍ਰੋਪਰਟੀ ਇੱਕ ਆ ਵੀ ਆ ਗਈ ਕੈਟੀਨੇਸ਼ਨ ਕਾਰਬਨ ਦੀ ਇੱਕ ਸਭ ਤੋਂ ਇੰਪੋਰਟੈਂਟ ਪ੍ਰੋਪਰਟੀ ਇਹ ਵੀ ਹੈ ਇੱਕ ਕਿ ਇਟ ਸ਼ੋ ਕੈਟੀਨੇਸ਼ਨ ਕੈਟੀਨੇਸ਼ਨ ਕੀ ਹੁੰਦਾ ਸੁਣੋ ਪੂਰੇ ਪੀਰੀਓਡਿਕ ਟੇਬਲ ਦੇ ਵਿੱਚੋਂ ਪੂਰੇ ਪੀਰੀਓਡਿਕ ਟੇਬਲ ਦੇ ਵਿੱਚੋਂ ਇਹੋ ਜਿਹਾ ਕੋਈ ਐਲੀਮੈਂਟ ਨਹੀਂ ਹੈਗਾ ਜਿਹੜਾ ਆਪਦੇ ਹੀ ਐਲੀਮੈਂਟ ਦੇ ਨਾਲ ਬੌਂਡ ਬਣਾ ਕੇ ਇੱਕ ਕੀ ਬਣਾ ਲੇ ਇੱਕ ਲੰਬੀ ਚੇਨ ਬਣਾ ਲਈ ਠੀਕ ਹੈ ਪੂਰੇ ਪੀਰੀਓਡਿਕ ਟੇਬਲ ਦੇ ਵਿੱਚ ਕਾਰਬਨ ਤੋਂ ਬਿਨਾ ਅਜਿਹਾ ਕੋਈ ਐਲੀਮੈਂਟ ਨਹੀਂ ਹੈਗਾ ਜਿਹੜਾ ਆਪਦੇ ਵਰਗੇ ਐਲੀਮੈਂਟ ਦੇ ਨਾਲ ਬੌਂਡ ਬਣਾ ਕੇ ਇੱਕ ਲੰਬੀ ਚੇਨ ਬਣਾ ਲੇ ਇੱਕੋ ਇੱਕ ਪੂਰੇ ਪੀਰੀਓਡਿਕ ਟੇਬਲ ਦੇ ਵਿੱਚ ਐਲੀਮੈਂਟ ਆ ਜਿਹਦਾ ਨਾਮ ਹੈਗਾ ਕਾਰਬਨ ਬੇਟਾ ਕਾਰਬਨ ਕੋਲੇ ਪ੍ਰੋਪਰਟੀ ਪਤਾ ਕੀ ਆ ਕਾਰਬਨ ਕੀ ਕਰ ਸਕਦਾ ਕਾਰਬਨ ਦੇ ਨਾਲ ਕਾਰਬਨ ਇਦਾਂ ਜੋੜ ਕੇ ਇਦਾਂ ਕਰਕੇ ਇਹ ਬਹੁਤ ਵੱਡੀ ਮਤਲਬ ਕਿ ਇੱਕ ਚੇਨ ਬਣਾ ਸਕਦਾ ਵਾ ਪਤਾ ਨਹੀਂ ਕਿੰਨੀ ਕੁ ਵੱਡੀ ਚੇਨ ਪਤਾ ਨਹੀਂ ਕਿੰਨੀ ਕੁ ਵੱਡੀ ਚੇਨ ਹਜੇ ਤਾਂ ਦੇਖੀ ਚਲੋ ਜਦੋਂ ਆਪਾਂ ਇਸ ਚੈਪਟਰ ਨੂੰ ਪੜ੍ਹਨਾ ਸਟਾਰਟ ਕਰਾਂਗੇ ਨਾ ਤਾਂ ਕਾਰਬਨ ਨੇ ਦੇਖੋ ਬਹੁਤ ਵੱਡੀਆਂ ਵੱਡੀਆਂ ਚੇਨਸ ਆਉਣਗੀਆਂ ਤੇ ਬੇਟਾ ਕਾਰਬਨ ਦੀ ਇਹੀ ਪ੍ਰੋਪਰਟੀ ਕਿ ਇਹ ਆਪਦੇ ਨਾਲ ਜੁੜ ਕੇ ਇੱਕ ਲੰਬੀ ਚੇਨ ਬਣਾ ਸਕਦਾ ਬੇਟਾ ਇਹਨੂੰ ਹੀ ਕਿਹਾ ਜਾਂਦਾ ਹੈਗਾ ਕੈਟੀਨੇਸ਼ਨ ਕੈਟੀਨੇਸ਼ਨ ਦਾ ਮਤਲਬ ਹੁਣ ਕੀ ਹੁੰਦਾ ਹੈਗਾ ਸੈਲਫ ਲਿੰਕਿੰਗ ਆਪਦੇ ਵਰਗੇ ਐਲੀਮੈਂਟ ਦੇ ਨਾਲ ਬੌਂਡ ਬਣਾ ਕੇ ਇੱਕ ਬਹੁਤ ਵੱਡੀ ਚੇਨ ਦਾ ਬਣਾ ਲੈਣਾ then ਬੇਟਾ ਇਸ ਪ੍ਰੋਪਰਟੀ ਨੂੰ ਕੀ ਕਿਹਾ ਜਾਂਦਾ ਹੈਗਾ ਕੈਟੀਨੇਸ਼ਨ ਜਾਂ ਇਹਨੂੰ ਕੀ ਕਿਹਾ ਜਾਂਦਾ ਹੈਗਾ ਸੈਲਫ ਲਿੰਕਿੰਗ ਕੀ ਕਹਿੰਦਾ ਇਹਨੂੰ ਸੈਲਫ ਲਿੰਕਿੰਗ ਜਾਂ ਸੈਲਫ ਕੰਬੀਨੇਸ਼ਨ ਕਹਿ ਲਓ ਜੋ ਆਪਣਾ ਇੱਥੇ ਹੈਡਿੰਗ ਦਿੱਤਾ ਹੋਏਗਾ ਓਕੇ ਤਾਂ ਬੇਟਾ ਇਹਦਾ ਕਾਰਨ ਕੀ ਆ ਉਹਨੇ ਕਿਉਂ ਬਣਾ ਸਕਦਾਗਾ ਬਿਕੋਜ਼ ਇਹਦੇ ਦੋ ਕਾਰਨ ਹੋ ਗਏ ਇੱਕ ਤਾਂ ਕਾਰਬਨ ਕੀ ਬਣਾ ਸਕਦਾ ਬੇਟਾ ਕੋਵੈਲੈਂਟ ਕੰਪਾਊਂਡ ਆ ਸਾਰੇ ਕਾਰਬਨ ਦੇ ਨਾਲ ਕਾਰਬਨ ਕਾਰਬਨ ਦੇ ਨਾਲ ਕਾਰਬਨ ਕਾਰਬਨ ਦੇ ਨਾਲ ਕਾਰਬਨ ਇਹ ਜਿਹੜੇ ਸਾਰੇ ਬੌਂਡ ਬਣੇ ਆ ਬੇਟਾ ਸਾਰੇ ਬੌਂਡ ਕਿਹੜੇ ਨੇ ਕੋਵੈਲੈਂਟ ਬੌਂਡ ਨੇ ਐਂਡ ਕੋਵੈਲੈਂਟ ਕਿਉਂ ਬੌਂਡ ਬਣਾ ਸਕਿਆ ਇਹ ਆਪਦੇ ਕਿਉਂਕਿ ਟੈਟਰਾਵੈਲੈਂਟ ਆ ਇਹ ਟੈਟਰਾਵੈਲੈਂਟ ਦਾ ਮਤਲਬ ਕਿ ਸ਼ੇਅਰਿੰਗ ਪੇਅਰਿੰਗ ਕਰੂਗਾ ਐਂਡ ਸ਼ੇਅਰਿੰਗ ਪੇਅਰਿੰਗ ਕਰ ਲਈ ਟੈਟਰਾਵੈਲੈਂਟ ਆ ਠੀਕ ਹੈ ਜੀ ਉਹਦੇ ਕਰਕੇ ਹੀ ਇਹਨੇ ਇੱਕ ਪ੍ਰੋਪਰਟੀ ਬਣਾ ਲਈ ਆਪਦੀ ਕੈਟੀਨੇਸ਼ਨ ਨਹੀਂ ਤਾਂ ਹੋਰ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਵੇਂ ਸਲਫਰ ਆ ਸਲਫਰ ਤੁਹਾਨੂੰ ਜ਼ਿਆਦਾਤਰ ਤੁਹਾਨੂੰ ਕਿਸ ਤਰ੍ਹਾਂ ਦਾ ਮਿਲੂਗਾ ਜਿਹਦੇ ਵਿੱਚ ਮਤਲਬ ਕਿ ਸਲਫਰ ਕੀ ਕਰੂਗਾ ਬੇਟਾ ਸਲਫਰ ਜਿਹੜੇ ਹੈਗੇ 8 ਮੋਲੀਕਿਊਲ 8 ਐਲੀਮੈਂਟਸ ਜਿਹੜੇ ਹੈਗੇ ਆਪਸ ਜੁੜਨਗੇ ਐਟਮ ਸੌਰੀ ਸਲਫਰ ਦੇ 8 ਐਲੀਮੈਂਟਸ ਆਪਸ ਵਿੱਚ ਜੁੜਨਗੇ ਐਂਡ ਉਸ ਤੋਂ ਬਾਅਦ ਨੌਵਾਂ ਜਿਹੜਾ ਹੈਗਾ ਐਟਮ ਸਲਫਰ ਦਾ ਸਲਫਰ ਦੀ ਚੇਨ ਦੇ ਨਾਲ ਨਹੀਂ ਜੁੜ ਸਕਦਾ ਪਰ ਕਾਰਬਨ ਦੇ ਨਾਲ ਤੁਸੀਂ ਦੇਖੋਗੇ ਕਾਰਬਨ ਇੱਕ ਬਹੁਤ ਵੱਡੀ ਚੇਨ ਬਣਾ ਸਕਦਾ ਹੈਗਾ ਇਸੇ ਕਰਕੇ ਆਪਾਂ ਕੀ ਕਹਿੰਦੇ ਆ ਕਿ ਕਾਰਬਨ ਕੀ ਸ਼ੋ ਕਰਦਾ ਹੈਗਾ ਕੈਟੀਨੇਸ਼ਨ ਸ਼ੋ ਕਰਦਾ ਹੈਗਾ ਠੀਕ ਹੈ ਕਾਰਬਨ ਕੀ ਸ਼ੋ ਕਰਦਾ ਕੈਟੀਨੇਸ਼ਨ ਇਸ ਤੋਂ ਅਗਲੀ ਪ੍ਰੋਪਰਟੀ ਕਿ ਕਾਰਬਨ ਕਿਸ ਤਰ੍ਹਾਂ ਤਰੀਕੇ ਨਾਲ ਸਾਨੂੰ ਮਿਲਦਾ ਅਕਰੈਂਸ ਆਫ ਕਾਰਬਨ ਠੀਕ ਹੈ ਮੈਨੂੰ ਲੱਗਦਾ ਸ਼ਾਇਦ ਇਹੀ ਲਾਸਟ ਆਪਣਾ ਇੱਥੇ ਤੱਕ ਕਰਾਂਗੇ ਇਸ ਤੋਂ ਅੱਗੇ ਆਪਾਂ ਕੱਲ ਕਰਾਂਗੇ ਆ ਲਾਸਟ ਕਰ ਲੈਣਾ ਇਹਨੂੰ ਠੀਕ ਹੈ ਜੀ ਆਪਾਂ ਇਹਨਾਂ ਨੇ ਕਿਹਾ ਅਕਰੈਂਸ ਆਫ ਕਾਰਬਨ ਅਗਰ ਇੱਥੇ ਸਾਡੇ ਕਾਰਬਨ ਬਣ ਰਿਹਾ ਹੈਗਾ ਅਗਰ ਕਾਰਬਨ ਸਾਨੂੰ ਮਿਲਦਾ ਨੇਚਰ ਦੇ ਵਿੱਚ ਤਾਂ ਕਿਸ ਤਰੀਕੇ ਨਾਲ ਮਿਲ ਸਕਦਾ ਹੈਗਾ ਕਿਸ ਤਰੀਕੇ ਨਾਲ ਸਾਨੂੰ ਕਾਰਬਨ ਮਿਲ ਸਕਦਾ ਸੀ ਇਹ ਚੀਜ਼ ਦੇਖਣੀ ਹੈ ਕਹਿੰਦੇ ਕਾਰਬਨਸ ਅਕਰ ਇਨ ਨੇਚਰ ਦੋ ਤਰੀਕੇ ਨਾਲ ਮਿਲ ਸਕਦਾ ਸਾਨੂੰ ਫ੍ਰੀ ਸਟੇਟ ਦੇ ਵਿੱਚ ਵੀ ਮਿਲ ਸਕਦਾ ਹੈਗਾ ਇਨ ਦਾ ਫਾਰਮ ਆਫ ਐਲੀਮੈਂਟ ਤਾਂ ਇੱਥੇ ਲਿਖ ਵੀ ਲਓ ਐਲੀਮੈਂਟ ਕਿਹੜੇ ਕਿਹੜੇ ਹੋ ਸਕਦਾ ਬੇਟਾ ਐਲੀਮੈਂਟ ਫਾਰਮ ਦੇ ਵਿੱਚ ਕਿੱਦਾਂ ਮਿਲ ਸਕਦਾ ਹੈਗਾ ਇਕੱਲੇ ਕਾਰਬਨ ਤੋਂ ਬਣੀ ਹੋਵੇ ਜਿਵੇਂ ਡਾਇਮੰਡ ਆ ਗਿਆ ਠੀਕ ਹੈ ਡਾਇਮੰਡ ਜਿਹੜਾ ਤੁਸੀਂ ਰਿੰਗ ਦੇ ਵਿੱਚ ਡਾਇਮੰਡ ਦੀ ਗੱਲ ਕਰਦੇ ਹੋ ਨਾ ਠੀਕ ਹੈ ਗਾਣੇ ਗੁਣੇ ਸੁਣੇ ਹੋਣਗੇ ਡਾਇਮੰਡ ਵਾਲੀ ਠੀਕ ਹੈ ਸੁਣਿਆ ਡਾਇਮੰਡ ਪਤਾ ਕੀ ਹੁੰਦਾ ਹੀਰਾ ਹੀਰਾ ਤਾਂ ਉਹ ਹੀਰਾ ਜਿਹੜਾ ਹੁੰਦਾ ਬੇਟਾ ਉਹ ਸਾਰਾ ਦਾ ਸਾਰਾ ਇਕੱਲੇ ਕਾਰਬਨ ਤੋਂ ਬਣਿਆ ਹੋਏਗਾ ਇਕੱਲਾ ਕਾਰਬਨ ਆ ਉਹ ਕੁਝ ਨਹੀਂ ਹੈਗਾ ਅਗਰ ਤੁਸੀਂ ਉਸ ਡਾਇਮੰਡ ਨੂੰ ਮਚਾਈ ਜਾਓਗੇ ਨਾ ਪਿੱਛੇ ਕੋਈ ਰਾਖ ਨਹੀਂ ਰਹਿਣੀ ਉਹ ਬਿਲਕੁਲ ਗਾਇਬ ਹੋ ਜਾਊਗਾ ਤਾਂ ਸਾਰਾ ਜਿਹੜਾ ਡਾਇਮੰਡ ਆ ਉਹ ਕਿਸ ਚ ਕਨਵਰਟ ਹੋ ਜਾਊਗਾ ਕਾਰਬਨ ਡਾਈਆਕਸਾਈਡ ਚ ਕਨਵਰਟ ਹੋ ਜਾਊ ਕਿਉਂ ਇਕੱਲਾ ਕਿਹਦਾ ਬਣਿਆ ਹੋਇਆ ਉਹ ਕਾਰਬਨ ਦਾ ਬਣਿਆ ਹੋਏਗਾ ਸੋ ਇਸੇ ਕਰਕੇ ਫ੍ਰੀ ਸਟੇਟ ਮਤਲਬ ਕਿ ਐਲੀਮੈਂਟ ਫਾਰਮ ਦੇ ਵਿੱਚ ਮਿਲੂਗਾ ਦੂਸਰੀ ਚੀਜ਼
अगर सानू बेटा जी कार्बन फ्री स्टेट दे विच होर मिलूगा दैन सानू किस तरह मिलूगा ग्रेफाइट दी फॉर्म दे विच ग्रेफाइट भी कला किहदा बनिया होएगा कार्बन दा बनिया होएगा तीसरा जिहड़ा हुणी हुणी ताजा ताजा साइंटिस्ट ने डिस्कवर किया एक होर कंपाउंड जां एक होर स्ट्रक्चर कंपाउंड नहीं कहांगे एक होर स्ट्रक्चर जिहड़ी कल्ली किहदी बनी हुई है बेटा कार्बन दी बनी हुई है जिहड़ी कल्ली किहदी बनी है कार्बन दी ओहदा नाम हैगा बकमिंस्टर फलरेंस ओहदा नाम हैगा जी बकमिंस्टर फलरेंस बकमिंस्टर फलरेंस एक अजिहा बेटा जी एक साडे कोल स्ट्रक्चर आ इस तरह फुटबॉल लाइक स्ट्रक्चर होंदी है कहंदे जी ये टोटल 60 कार्बनस दा ही बनिया होएगा आ सीगी आ तुहाडे सामने लिखा है देखे स्ट्रक्चर जिहड़ी हैगी बेटा किहदी है डायमंड दी है ठीक है हुण इत्थे ग्रेफाइट कित्थे तुसीं पेंसिल दे सामने बेटा जी आ लैड देख पा रहे होंगे सारे बच्चे पेंसिल दे सामने तुसीं आ लैड देख पा रहे हो जिहदे नाल तुसीं लिखदे हो ठीक है ये लैड जिहड़ा हुंदा बेटा इस दे विच ग्रेफाइट हुंदा गा क्ले भी हुंदी आ ਇਹਦੇ ਵਿੱਚ ਸਾਨੂੰ ਕੀ ਮਿਲਦਾ ਗ੍ਰੇਫਾਈਟ ਵੀ ਮਿਲਦਾ ਗਾ ਠੀਕ ਹੈ ਸੋ ਜਿਹੜਾ ਗ੍ਰੇਫਾਈਟ ਆ ਬੇਟਾ ਇਹ ਵੀ ਕਿਹਦਾ ਬਣਿਆ ਹੋਏਗਾ ਕਾਰਬਨ ਦਾ ਬਣਿਆ ਹੋਏਗਾ ਇਹਦਾ ਮਤਲਬ ਕਿ ਜੇ ਤੁਹਾਡੇ ਆਪਣੇ ਬੈਗ ਦੇ ਵਿੱਚ ਅਗਰ ਪੈਨਸਲ ਵੀ ਪਈ ਹੈ ਤਾਂ ਪੈਨਸਲ ਦਾ ਜਿਹੜਾ ਲੈਡ ਆ ਬੇਟਾ ਉਹ ਵੀ ਕਾਹਦਾ ਬਣਿਆ ਹੋਏਗਾ ਕਾਰਬਨ ਦਾ ਬਣਿਆ ਹੋਏਗਾ ਸੋ ਕਾਰਬਨ ਸਾਨੂੰ ਫ੍ਰੀ ਸਟੇਟ ਦੇ ਵਿੱਚ ਮਿਲ ਸਕਦਾ ਡਾਇਮੰਡ ਗ੍ਰੇਫਾਈਟ ਬਕਮਿੰਸਟਰ ਫਲੋਰੈਂਸ ਦੀ ਫਾਰਮ ਦੇ ਵਿੱਚ ਅਗਰ ਸਾਨੂੰ ਕੰਬਾਈਨਡ ਫਾਰਮ ਦੇ ਵਿੱਚ ਮਿਲਦਾ ਤਾਂ ਬੇਟਾ ਪਤਾ ਨਹੀਂ ਕਿੰਨੀਆਂ ਕਿ ਚੀਜ਼ਾਂ ਨੇ ਪਹਿਲੇ ਪੇਜ ਤੇ ਲਿਖਿਆ ਸੀ ਆਪਾਂ ਯਾਦ ਆ ਪਹਿਲੇ ਪੇਜ ਤੇ ਲਿਖਿਆ ਸੀ ਕਾਰਬਨ ਸਾਨੂੰ ਕਾਰਬੋਹਾਈਡਰੇਟਸ ਦੀ ਫਾਰਮ ਦੇ ਵਿੱਚ ਮਿਲ ਜੂਗਾ ਫੈਟ प्रोटीन ठीक है कार्बोनेट फॉर्म आ जिहड़ा तुसीं हुणी दस के गए सी बेटा बहुत कुछ दस के सोडियम बाइकार्बोनेट ये सारियां दा सारियां जिहड़ियां कंबाइंड मतलब कि स्टेटां ने ठीक है कंबाइंड फॉर्म्स ने उस फॉर्म च भी सानू कार्बन मिल सकदा गा ठीक है अगर मैं थोनू एक दो चीज़ां थोनू याद करवावां जिवें लाइक साडे एटमोसफेयर दे विच की मिलदा कार्बन डाइऑक्साइड ਇਹ ਕਾਰਬਨ ਕੀ ਹੈਗਾ ਕੰਬਾਈਨਡ ਫਾਰਮ ਦੇ ਵਿੱਚ ਹੀ ਆ ਫ੍ਰੀ ਸਟੇਟ ਦੇ ਵਿੱਚ ਤਾਂ ਹੈ ਨਹੀਂਗਾ मैं नेचर की गल कर रहा नेचर आ देखो वर्ड नेचर लिखा गा नेचर दे विच सानू कार्बन जिहड़ा फ्री स्टेट दे विच इन्हां तिन्नां फॉर्म्स दे विच मिल सकदा गा पहला बुक्स दे विच 2 लिखिया हुंदा सी बट हुण 3 लिखण लग गए पहला बुक्स दे विच 2 लिखिया हुंदा सीगा अगर तुसीं आपदी एस चांद वगैरह बुक चकोगे ना तो उह च लिखिया होगा कि इन नेचर कार्बन फाउंड इन फ्री स्टेट इन 2 फॉर्म्स डायमंड या ग्रेफाइट बट अज तुसीं देखोगे तीजा नाम बकमिंस्टर फलोरेंस लिखण लग गए बकमिंस्टर फलोरेंस कुछ इदां दी है आ जिहड़ा एक डॉट है बेटा कार्बन ते इस पूरे दे पूरे दे विच किन्ने 60 कार्बनस मिलणगे आपां नूं 60 कार्बनस दी फुटबॉल वाली स्ट्रक्चर जिहड़ी हैगी आ बहुत छोटी जिहड़ी तुहानूं दिखदी भी नहीं गी ठीक है बकमिंस्टर फलोरेंस ये भी क्या बेटा एक कार्बन दा बनिया है एक स्ट्रक्चर हैगी ओके एंड सानू फ्री स्टेट दे विच इन्हां तिन्नां फॉर्म्स दे विच मिलू अगर कंबाइन स्टेट की गल करिए कंबाइन स्टेट दे विच नेचर दे विच बहुत तरीके नाल मिल सकदा कार्बन डाइऑक्साइड कार्बन मोनोऑक्साइड ठीक है पता नहीं की होर बहुत सारियां चीज़ां मिलणगियां सो ਇਹਦੇ ਬਾਰੇ ਜਿਹੜੀ ਹੈਗੀ ਆ ਬੇਟਾ ਬਾਕੀ ਗੱਲਾਂ ਆਪਾਂ ਕੱਲ ਕਰਾਂਗੇ ਇੱਥੇ ਤੱਕ ਸਾਰੇ ਬੱਚਿਆਂ ਨੂੰ ਸਮਝ ਆ ਗਿਆ ਕੋਈ ਡਾਊਟ ਕਿਸੇ ਬੱਚੇ ਨੂੰ ਕੋਈ ਡਾਊਟ ਤਾਂ ਨਹੀਂ ਤਾਂ ਬੇਟਾ ਅਗਰ ਫਿਰ ਵੀ ਕੋਈ ਡਾਊਟ ਹੋਇਆ ਤਾਂ ਤੁਸੀਂ ਜਿਹੜਾ ਹੈਗਾ ਮੈਨੂੰ ਚਾਹੇ WhatsApp ਕਰ ਦਿਓ ਚਾਹੇ ਬੇਟਾ ਇਸੇ ਐਪ ਦੇ ਉੱਤੇ ਜਿਹੜਾ ਜਿੱਥੇ ਤੁਸੀਂ ਵੀਡੀਓ ਦੇਖੋਗੇ ਜਾਂ ਦੇਖ ਰਹੇ ਹੋ ਤੁਸੀਂ ਇਹਦੇ ਉੱਤੇ ਇੱਕ ਮੈਸੇਜ ਦੀ ਆਪਸ਼ਨ ਆ ਰਹੀ ਹੁੰਦੀ ਹੈ ਚੈਟ ਦੀ ਆਪਸ਼ਨ ਆ ਰਹੀ ਹੁੰਦੀ ਆ ਤਾਂ ਇੱਥੇ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ ਓਕੇ ਜੀ ਥੈਂਕ ਯੂ ਸੋ ਮਚ ਬਾਕੀ ਆਪਾਂ ਕੱਲ ਕਰਦੇ ਹਾਂ ਇਹਨੂੰ ਅੱਗੇ ਓਕੇ ਜੀ हाँ बई चल गई सी समझ लगी वधिया इदां वधिया कि NCERT वधिया इदां वधिया तुहाडा कोई स्टैंड नहीं यार अश्विनी सर कराउंदे उदों तुहानूं ऐ लगदा हुंदा ना ਉਹ ਇਹਨੂੰ ਤਾਂ ਬੰਦ ਕਰ ਦਈਏ